ਸਧਨਾ ਜਨ ਤੋਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਥ ਕਥਨ ਦਸਮੋ ਗੁਰੂ ਕਥਨੰ ਚਉਪਈ। ਚਲਾ ਮੁਨੀ ਤਜ ਪਰ ਹਰਿ ਆਸਾ, ਮਹਾ ਮੋਨ ਅਰ ਮਹਾ ਉਦਾਸਾ। ਚਲਾ ਮੁਨੀ ਤਜ ਪਰ ਹਰਿ ਆਸਾ, ਮਹਾ ਮੋਨ ਅਰ ਮਹਾ ਉਦਾਸਾ। ਪਰਮ ਤਤ ਬੇਤਾ ਬੜ ਭਾਗੀ, ਮਹਾ ਮੋਨ ਹਰਿ ਕੋ ਅਨੁਰਾਗੀ। ਪਰਮ ਪੁਰਖ ਪੂਰੋ ਬੜ ਭਾਗੀ, ਮਹਾ ਪੁਨੀਤ ਹਰਿ ਕੋ ਰਸ ਪਾਗੀ। ਬ੍ਰਹਮ ਭਗਤ ਖਟ ਗੁਣ ਰਸ ਲੀਨਾ, ਏਕ ਨਾਮ ਕੇ ਰਸ ਸੋ ਪੀਨਾ। ਉਜਲ ਗਾਤ ਮਹਾ ਮੁਨ ਸੋਹੈ, ਸੁਰ ਨਰ ਮੁਨ ਸਭ ਕੋ ਮਨ ਮੋਹੈ। ਜਹਾਂ ਜਹਾਂ ਜਾਏ ਦੁੱਤ ਦਤ ਸ਼ੁਭ ਕਰਮਾ, ਤਹਾਂ ਤਹਾਂ ਹੋਤ ਸਭੈ ਨੇਹ ਕਰਮਾ। ਪਰਮ ਮੋਹਤ ਦੇਖਤ ਭਾਗੈ, ਰਾਮ ਭਗਤ ਸਭ ਹੀ ਉਠ ਲਾਗੈ। ਪਾਪ ਤਾਪ ਸਭ ਦੂਰ ਪਰਾਈ, ਨਿਸ ਦਿਨ ਰਹੈ ਏਕ ਲਿਵ ਲਾਈ। ਕਾਛਨ ਏਕ ਤਹਾਂ ਮਿਲ ਗਈ, ਸੋਆ ਚੂਕ ਪੁਕਾਰਤ ਭਈ। ਭਾਵਯਾ ਹਮ ਮਨ ਮਾਹੇ ਨਿਹਾਰਾ, ਦਸਵਾਂ ਗੁਰੂ ਤਾਹੇ ਵਿਚਾਰਾ। ਜੋ ਸੇਵੈ ਸੋ ਮੂਲ ਗਵਾਵੈ, ਜੋ ਜਾਗੈ ਹਰ ਹਿਰਦੈ ਬਸਾਵੈ। ਸਤ ਬੋਲ ਯਾਕੀ ਹਮ ਮਾਨੀ, ਜੋਗ ਧਿਆਨ ਜਾਗੇ ਤੇ ਜਾਨੀ। ਪਾਵਯਾ ਮਨ ਮਾਨਿਹਾਰਾ, ਦਸਵਾਂ ਗੁਰੂ ਤਾਹੇ ਵਿਚਾਰਾ। ਜੋ ਸੇਵੈ ਸੋਵੈ ਸੋ ਮੂਲ ਗਵਾਵੈ, ਜੋ ਜਾਗੈ ਹਰ ਹਿਰਦੈ ਬਸਾਵੈ। ਸਤ ਬੋਲ ਯਾਕੀ ਹਮ ਮਾਨੀ, ਜੋਗ ਧਿਆਨ ਜਾਗੇ ਤੇ ਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਭਾਗ ਪੰਕਜ ਬੰਦਨ, ਪਾਦ ਪੰਕਜ ਬੰਦਨ।
ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਜੀ। ਹਿਰਦੈ ਨਿਤ ਧਿਆਵੋ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਜੀ ਨਮੋ ਕਰ ਜੋਰੀ ਨਮੋ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ। ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ। ਸਾਜੇ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਾ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦਿ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਹ ਡਿਠੇ ਮਨ ਤੀਰੀਐ ਕਿਲ ਵਿਖ ਜਨ ਦੂਰੇ। ਸੋ ਕਿਉ ਵਿਸਰੈ ਮਾਉ ਮੈਂ ਜੋ ਰਹਾ ਭਰਪੂਰੇ। ਸੋ ਕਿਉ ਵਿਸਰੈ ਮਾਉ ਮੈਂ ਜੋ ਰਹਾ ਭਰਪੂਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਕਹਿ ਜਬ ਮੁਖ ਪਾਵੈ। ਸਰਬ ਸੁਰਨ ਕੋ ਤਬ ਦ੍ਰਿਸ਼ ਤ੍ਰਿਪਤਾਵੈ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाह इनायत के मालक कलयुगी जीवों के उद्धार करता साहिब सहाबा जोत रूप हर आप महिमा दे मालक धन धन गुरु पिता साहिब गुरुदेव कादरे हर कार बेकसां यार श्री गुरु गोबिंद सिंह महाराज जी दे चरण कमलों दियां मुबारक हाज़रियां भर रही गुरु प्यारी साध संगत। गुरुदेव जी दी महान इनायत दा सदका साडे सारियां दे सिर ते मेहरमतमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है शाम अजीजुल नवाज गनीमुल खराज पातशाह जी दे मुबारक कदमां दी खाक दे नाम करना नसीब होया। सतगुरु जी दे दर तो नवाजे होए कीर्तनियां तो सोदर चौंकी दे शब्द गायन
फिर हर कीरत हमरी रहराज साहिब जी के पाठ, आरती आरता जी के गायन, अरदासां बेनतियां जोदड़ियां ਤੇ ਫਿਰ ਸਾਹਿਬ ਜੀ ਦੇ ਪਾਵਨ ਹੁਕਮਨਾਮੇ ਆਪ ਨੇ ਆਪਣੀ ਝੋਲੀ 'ਚ ਪਵਾਏ। ਸਾਰੇ ਸੰਸਾਰ ਤੇ ਸੰਗਤਾਂ ਉਡੀਕਦੀਆਂ ਰਹਿੰਦੀਆਂ ਨੇ ਬਈ ਸ਼ਾਮ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਪ੍ਰਸਾਰਣ ਆਰੰਭ ਹੋਵੇ, ਟੈਲੀਕਾਸਟ ਆਰੰਭ ਹੋਵੇ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੀਦਾਰ ਪ੍ਰਾਪਤ ਹੋਵਣ। ਭਾਵੇਂ ਮੈਂ ਅਰਜ਼ ਕਰਾਂ ਲੋਕਡਾਊਨ ਦੇ ਚੱਲਦਿਆਂ ਮਹਾਰਾਜ ਜੀ ਦੇ ਪ੍ਰਾਂਗਣ ਵਿੱਚ, ਕਿਉਂਕਿ ਪ੍ਰਸ਼ਾਸਨ ਨੇ ਮਨ੍ਹਾ ਕੀਤਾ ਹੋਇਆ ਤੇ ਜਿਹੜੇ 2-4 ਸਰੀਰ ਹੋਣ ਵੀ ਉਹ ਵੀ ਦੂਰ ਦੂਰ ਬੈਠਣ। ਟ੍ਰੇਨਾਂ, ਹਵਾਈ ਜਹਾਜ਼, ਸੜਕੀ ਰਸਤੇ, ਆਵਾਜਾਈ ਦੇ ਸਾਧਨ ਬੰਦ ਹਨ, ਪਰ ਬਾਵਜੂਦ ਇਸ ਦੇ ਸ਼ਾਮ ਦੀ ਹਾਜ਼ਰੀ ਕਰੋੜਾਂ ਸੰਗਤਾਂ ਭਰਦੀਆਂ ਹਨ। ਦਾਸ ਨੂੰ ਬਹੁਤ ਟੈਲੀਫੋਨ ਰੋਜ਼ ਆਉਂਦੇ ਹਨ। ਮਹਾਰਾਜ ਜੀ ਦੀ ਮਿਹਰ ਨਾਲ, ਬਖਸ਼ਿਸ਼ ਨਾਲ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨਾਲ ਜੁੜ ਜਾਂਦੇ। ਗੁਰਬਾਣੀ, ਗੁਰੂ ਇਤਿਹਾਸ ਵਿਚਾਰ ਤੋਂ ਪੇਸ਼ਤਰ ਜਿਤਨੇ ਮਹਾਰਾਜ ਜੀ ਦੇ ਦਰਬਾਰ ਵਿੱਚ ਜਾਂ ਆਪਣੇ ਆਪਣੇ ਪਰਿਵਾਰ 'ਚ ਬੈਠੇ ਹੋ, ਗੁਰੂ ਕੀ ਮੁਬਾਰਕ ਫਤਿਹ ਦੁਆਰਾ ਜ਼ਰੂਰ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਜੀਵਨ ਬਿਰਤਾਂਤ ਸਰਵਣ ਕਰਦਿਆਂ ਇਤਨਾ ਪ੍ਰੇਮ ਸਹਿਤ ਆਪ ਨੇ ਸਰਵਣ ਕੀਤਾ ਕਿ ਮਹਾਰਾਜ ਜੀ ਦੇ ਕੋਲ ਵੱਖ-ਵੱਖ ਸਥਾਨਾਂ ਤੋਂ ਗੁਰਸਿੱਖ ਆਏ, ਬੇਨਤੀਆਂ ਕੀਤੀਆਂ। ਚੂਹਣੀਆਂ ਨਗਰ ਜੋ ਇੱਧਰ ਬਾਰਡਰ ਦੇ ਤਕਰੀਬਨ ਨੇੜੇ ਹੈਗਾ, ਮੈਂ ਕੱਲ੍ਹ ਅਰਜ਼ ਕੀਤੀ ਸੀ ਵੀ ਮੈਨੂੰ ਪਤਾ ਨਹੀਂ ਕਿੱਥੇ ਹੈ, ਕਿਹੜੇ ਥਾਂ ਹੈ, ਅਤੇ ਸੁਣਨ ਵਾਲੇ ਸੱਜਣਾਂ ਦਾ ਮੈਨੂੰ ਫੋਨ ਆ ਗਿਆ ਵੀ ਖਾਲੜਾ ਦੇ ਨਾਲ ਪਾਕਿਸਤਾਨ ਵਿੱਚ ਪੈਂਦਾ। ਲਾਹੌਰ ਡਿਸਟ੍ਰਿਕਟ ਸੀ, ਅੱਜ ਕੱਲ੍ਹ ਡਿਸਟ੍ਰਿਕਟ ਬਦਲ ਗਈ ਹੈ, ਪਰ ਇਹ ਤਿੰਨੇ ਸਿੱਖ ਹੈ ਸਨ ਉੱਥੇ ਦੇ, ਭਾਈ ਕਾਲੋ, ਕੱਕਾ ਆਦਿਕ। ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਹਾਜ਼ਰ ਹੋਏ, ਸਵਾਲ ਕੀਤੇ ਜੋ ਅਧਿਆਤਮਿਕ ਜੀਵਨ ਨਾਲ ਸੰਬੰਧਿਤ ਸਵਾਲ ਸਨ। ਮਹਾਰਾਜ ਨੇ ਉਹਨਾਂ ਨੂੰ ਜਵਾਬ ਦਿੱਤੇ। ਆਖਣ ਲੱਗੇ, ਮਹਾਰਾਜ ਲੰਗਰ ਚਲਾਉਂਦੇ ਹਾਂ, ਸੇਵਾ ਕਰਦੇ ਹਾਂ, ਅਤੇ ਸਾਨੂੰ ਕੁਝ ਕਰਮ ਕਾਂਡੀ ਲੋਕ ਤਨਜ਼ ਵੀ ਕਰਦੇ ਨੇ ਅਤੇ ਕਹਿੰਦੇ ਨੇ ਤੁਹਾਡਾ ਅੱਗੇ ਪ੍ਰਵਾਨ ਨਹੀਂ ਹੋਣਾ, ਤੁਸੀਂ ਪਾਪ ਕਰਦੇ ਹੋ, ਇਹਨਾਂ ਮੰਤਰਾਂ ਦਾ ਜਪ ਕਰੋ, ਇਹ ਪੂਜਾ ਕਰਾਓ, ਇਹ ਹਵਨ ਕਰਾਓ, ਫਿਰ ਪ੍ਰਵਾਨ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਮੁਬਾਰਕ ਜ਼ਬਾਨ ਤੋਂ ਜੋ ਉਹਨਾਂ ਸਿੱਖਾਂ ਨੂੰ ਸਮਝਾਉਂਦਿਆਂ ਆ ਬੋਲ ਆਖੇ, ਤੇ ਮਹਾਰਾਜ ਕਹਿਣ ਲੱਗੇ, ਵਾਹਿਗੁਰੂ ਕੈ ਜਬ ਮੁਖ ਪਾਵੈ, ਸਰਵ ਸੁਰਨ ਕੈ ਤਬ ਤ੍ਰਿਪਤਾਵੈ। ਤੁਸੀਂ ਗੁਰਸਿੱਖਾਂ ਦੀ ਸੇਵਾ ਕਰਦੇ ਹੋ, ਲੋੜਵੰਦਾਂ ਦੀ ਸੇਵਾ ਕਰਦੇ ਹੋ, ਅਤੇ ਜਦੋਂ ਗੁਰਸਿੱਖ ਵਾਹਿਗੁਰੂ 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 ਕਰਦਿਆਂ ਪਾਰ ਬ੍ਰਹਮ ਪਰਮੇਸ਼ਰ ਨੂੰ ਅਰਪਣ ਕਰਦਿਆਂ ਹੋਇਆਂ ਅਰਦਾਸ ਕਰਕੇ ਆਪਣੀ ਜ਼ੁਬਾਨ 'ਤੇ ਰੱਖਦੇ ਨੇ, ਅਤੇ ਉਹ ਜ਼ੁਬਾਨ 'ਤੇ ਰੱਖਣ ਨਾਲ ਸਾਰੇ ਹੀ ਦੇਵਤੇ ਤ੍ਰਿਪਤ ਹੋ ਜਾਂਦੇ ਨੇ, ਸਾਰੀਆਂ ਅਗੰਮੀ ਸ਼ਕਤੀਆਂ ਤ੍ਰਿਪਤ ਹੋ ਜਾਂਦੀਆਂ।
ਇੰਨਾ ਵੱਡਾ ਤੇ ਮੈਂ ਅਰਜ਼ ਕਰਾਂ ਅੰਨ ਖੇਤਰ ਕੋਈ ਚਲਾ ਵੀ ਨਹੀਂ ਸਕਦਾ। ਕੋਈ ਸਰਕਾਰ, ਕੋਈ ਰਾਜਾ ਮਹਾਰਾਜਾ ਰੁਮਾਲ ਇਤਨੀ ਸਮਰੱਥਾ ਨਹੀਂ ਰੱਖਦਾ ਕਿ ਸਾਰੇ ਸੰਸਾਰ ਨੂੰ, ਤਿੰਨਾਂ ਲੋਕਾਂ ਨੂੰ ਭੋਜਨ ਦੇ ਸਕੇ। ਪਰ ਇਹ ਸਮਰੱਥਾ ਵਾਹਿਗੁਰੂ ਮੰਤਰ ਜਪਣ ਵਾਲੇ 'ਚ ਹੁੰਦੀ ਹੈ। ਜਦੋਂ ਅਰਦਾਸ ਕਰਕੇ, ਪ੍ਰਾਰਥਨਾ ਕਰਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਭੋਜਨ ਕਰਦਾ ਤੇ ਉਹ ਅਨੰਤ ਬ੍ਰਹਿਮੰਡਾਂ 'ਚ ਵਸਦੇ ਹੋਏ ਤਮਾਮ ਦੈਵੀ ਆਤਮਾਵਾਂ ਨੂੰ ਪਹੁੰਚ ਜਾਂਦਾ। ਉਸ ਦਾ ਇੱਕ ਨਿਵਾਲਾ ਮਹਾਯੱਗ ਹੁੰਦਾ, ਔਰ ਇਹ ਤਾਂ ਹੀ ਹੁੰਦਾ ਹੈ ਜੇਕਰ ਪਾਰ ਬ੍ਰਹਮ ਪਰਮੇਸ਼ਰ ਦਾ ਸਿਮਰਨ ਕੀਤਾ ਜਾਏ, ਬੰਦਗੀ ਕੀਤੀ ਜਾਏ। ਬੰਦਗੀ ਕਰਨ ਵਾਲੇ ਦਾ ਚੱਲਣਾ ਵੀ ਅਨੰਤ ਤੀਰਥਾਂ ਨੂੰ ਜਨਮ ਦਿੰਦਾ ਹੈ। ਜਿੱਥੇ ਉਹ ਚਰਨ ਰੱਖਦੇ ਨੇ, 68 ਤੀਰਥ ਜੈ ਸਾਧ ਪਗ ਧਰੈ। ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਉਹਨਾਂ ਦੇ ਕਦਮਾਂ ਵਿੱਚ ਇਤਨੀ ਬਰਕਤ ਬਣਾ ਦਿੰਦਾ ਹੈ ਕਿ ਜਿੱਥੇ ਕਦਮ ਰੱਖਦੇ ਹਨ ਉੱਥੇ ਹੀ ਤੀਰਥ ਬਣ ਜਾਂਦਾ ਹੈ, ਉਹ ਥਾਂ ਪੂਜਣ ਯੋਗ ਹੋ ਜਾਂਦਾ ਹੈ। ਇਸ ਲਈ ਨਾਮ ਜਪਣ ਵਾਲਿਆਂ ਦਾ ਬੋਲਣਾ ਵੀ ਮਹਾਨ ਬੰਦਗੀ ਹੁੰਦਾ ਹੈ, ਭੋਜਨ ਕਰਨਾ ਵੀ ਮਹਾਨ ਯੱਗ ਹੁੰਦਾ ਹੈ, ਤੇ ਚੱਲਣਾ ਵੀ ਮਹਾਨ ਤੀਰਥਾਂ ਨੂੰ ਜਨਮ ਦਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਾਰ ਬ੍ਰਹਮ ਪਰਮੇਸ਼ਰ ਜੋਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਸ ਪ੍ਰਤੱਖ ਕਲਾ ਨੂੰ ਬਿਆਨ ਕੀਤਾ ਹੈ ਕਿ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਉਹਨਾਂ ਦੇ ਚਰਨ ਰੱਖਣ ਨਾਲ ਹੀ ਅਨੰਤ ਤੀਰਥਾਂ ਦਾ ਜਨਮ ਹੋ ਜਾਂਦਾ। ਇਸ ਲਈ ਮਹਾਰਾਜ ਜੀ ਨੇ ਫਰਮਾਇਆ ਕਿ ਵਾਹਿਗੁਰੂ ਕਹਿ ਜਬ ਮੁਖ ਪਾਵੈ, ਸਰਬ ਸੁਰਨ ਕੋ ਤਬ ਤ੍ਰਿਪਤਾਵੈ। ਪਹਿਲੇ ਸਮੇਂ ਲੋਕ ਸੋਚਦੇ ਸਨ ਬਈ ਕੋਈ ਰਾਜਾ ਮਹਾਰਾਜਾ ਅਸ਼ਵਮੇਧ ਯੱਗ ਕਰਦਾ, ਉਹ ਯੱਗ ਦਾ ਅਸ਼ਵ ਛੱਡ ਦਿੰਦਾ ਹੈ, ਘੋੜਾ ਛੱਡ ਦਿੰਦਾ ਹੈ। ਇਸ ਤਰ੍ਹਾਂ ਨਾਲ ਚੱਕਰਵਰਤੀ ਰਾਜਾ ਹੋਣ ਦਾ ਉਸ ਨੂੰ ਲਕਬ ਮਿਲਦਾ। ਸਾਰੇ ਰਾਜੇ ਉਹਦੀ ਈਨ ਮੰਨਦੇ। ਇਹੋ ਜਿਹੇ ਗੋਮੇਦ ਅਸ਼ਵਮੇਧ ਯੱਗ ਕਰਨਾ ਕਿਸੇ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੁੰਦੀ ਸੀ, ਰਾਜੇ ਮਹਾਰਾਜੇ ਹੀ ਕਰ ਸਕਦੇ ਸੀ। ਪਰ ਸੱਚ ਜਾਣਨਾ, ਇਹ ਮਹਾਨ ਕਲਾ, ਇਹ ਮਹਾਨ ਬਰਕਤ ਗੁਰੂ ਨਾਨਕ ਨੇ ਸਿੱਖ ਦੇ ਘਰ ਵਿੱਚ ਰੱਖ ਦਿੱਤੀ ਹੈ, ਸਿੱਖ ਦੇ ਹਿਰਦੇ 'ਚ ਰੱਖ ਦਿੱਤੀ। ਜਦੋਂ ਵਾਹਿਗੁਰੂ ਵਾਹਿਗੁਰੂ ਕਰਦਾ ਹੋਇਆ ਇੱਕ ਇੱਕ ਬੁਰਕੀ, ਇੱਕ ਇੱਕ ਨਿਵਾਲਾ ਆਪਣੇ ਮੂੰਹ ਵਿੱਚ ਪਾਉਂਦਾ ਹੈ ਤੇ ਉਹਦੇ ਨਾਲ ਤਿੰਨਾਂ ਲੋਕਾਂ ਦੀਆਂ ਦੈਵੀ ਆਤਮਾਵਾਂ ਤ੍ਰਿਪਤ ਹੁੰਦੀਆਂ ਨੇ। ਕਰੋੜਾਂ ਅਸ਼ਵਮੇਧ ਯੱਗ ਨਾਲੋਂ ਜ਼ਿਆਦਾ ਫਲ ਵਾਹਿਗੁਰੂ ਵਾਹਿਗੁਰੂ ਆਖ ਕੇ ਭੋਜਨ ਕਰਨ ਦਾ ਹੁੰਦਾ ਹੈ। ਇਹ ਮਹਾਨ ਨੁਕਤਾ ਆਪਣੇ ਧਿਆਨ ਵਿੱਚ ਰੱਖਣਾ, ਇਸ ਨੂੰ ਅਪਣਾ ਕੇ ਅਸੀਂ ਰੋਜ਼ ਕਰੋੜਾਂ ਯੱਗਾਂ ਦਾ ਫਲ ਪ੍ਰਾਪਤ ਕਰ ਸਕਦੇ, ਬੰਦਗੀ ਦਾ ਫਲ ਪ੍ਰਾਪਤ ਕਰ ਸਕਦੇ ਹਾਂ। ਤੇ ਸਾਰੇ ਮਹਾਮੰਤਰਾਂ ਦੀ ਸਾਰ ਗੁਰੂ ਦਾ ਮੰਤਰ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਇਸ ਦਾ ਮੁਕਾਬਲਾ ਸੰਸਾਰ 'ਤੇ ਕੋਈ ਕਰ ਹੀ ਨਹੀਂ ਸਕਦਾ। ਇਸ ਲਈ ਵਾਹਿਗੁਰੂ ਵਾਹਿਗੁਰੂ ਜਪਦਿਆਂ ਮਨੁੱਖ ਦਾ ਮਨ ਹੀ ਪਵਿੱਤਰ ਨਹੀਂ ਹੁੰਦਾ, ਜਿੱਥੇ ਨਿਵਾਸ ਕਰਦਾ ਉਹ ਥਾਂ ਵੀ, ਸ਼ਹਿਰ ਵੀ ਪਵਿੱਤਰ ਹੋ ਜਾਂਦਾ। ਉਸ ਨਾਲ ਭੋਜਨ ਕਰਦਿਆਂ ਜਪਦਿਆਂ ਹੋਇਆ ਤਮਾਮ ਗੈਬੀ ਆਤਮਾਵਾਂ, ਦੈਵੀ ਆਤਮਾਵਾਂ ਤ੍ਰਿਪਤ ਹੋ ਜਾਂਦੀਆਂ ਹਨ। ਵਾਹਿਗੁਰੂ ਕਹਿ ਜਪ ਮੁਖ ਪਾਵੈ, ਸਰਬ ਸੁਰਨ ਕੋ ਤਬ ਤ੍ਰਿਪਤਾਵੈ। ਹਾਂਜੀ, ਸਿੱਖਨ ਕੋ ਗੁਰ ਹਿਤ ਕਰ ਦੇ। ਇਹ ਜਿਹੜਾ ਮਹਾ ਮੰਤਰ ਹੈ ਗੁਰੂ ਨੇ ਸਿੱਖਾਂ ਨਾਲ ਪਿਆਰ ਕਰਕੇ ਦਿੱਤਾ ਹੈ। ਇਹ ਵਸ ਦੀ ਗੱਲ ਨਹੀਂ ਆਉਂਦੀ।
ਕਈ ਵਾਰੀ ਐਸਾ ਹੁੰਦਾ ਹੈ ਕਿਸੇ ਗਰੀਬ ਦੇ ਕੋਲ ਕੋਈ ਬੇਸ਼ਕੀਮਤੀ ਵਸਤੂ ਹੁੰਦੀ ਹੈ ਤੇ ਉਸ ਨੂੰ ਪੁੱਛੀਏ ਬਈ ਤੂੰ ਕਿੱਥੋਂ ਪ੍ਰਾਪਤ ਕੀਤੀ ਹੈ, ਤੇ ਉਹ ਕਹਿ ਦੇਵੇਗਾ ਫਲਾਣਾ ਰਾਜਾ ਮੇਰਾ ਮਿੱਤਰ ਹੈ, ਉਹਨੇ ਪ੍ਰੇਮ ਵਿੱਚ ਆ ਕੇ ਦੇ ਦਿੱਤੀ। ਸੰਸਾਰ ਵਿੱਚ ਤੇ ਇਸ ਤਰ੍ਹਾਂ ਘੱਟ ਹੀ ਹੁੰਦਾ ਹੈ, ਲੋਕੀ ਜਿਹੋ ਜਿਹਾ ਮੂੰਹ ਉਹ ਜਿਹੀ ਚਪੇੜ ਮਾਰ ਦਿੰਦੇ, ਮੂੰਹਾਂ ਨੂੰ ਮੁਲਾਜੇ ਹੁੰਦੇ। ਪਰ ਗੁਰੂ ਬਾਬੇ ਦੇ ਘਰ ਵਿੱਚ ਇਹ ਖੇਡ ਵਰਤੀ ਹੈ। ਮਹਾਰਾਜ ਖੁਦ ਨਾਮ ਦੀ ਵਾਹਿਗੁਰੂ ਮੰਤਰ ਦੀ ਵਿਆਖਿਆ ਕਰਦੇ ਆ, ਫਰਮਾਨ ਕਰਦੇ ਹੋਏ ਕਹਿੰਦੇ ਨੇ, ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ। ਜਿਹੜਾ ਪ੍ਰੇਮ ਨਾਲ ਗੁਰੂ ਦਾ ਸਨਮਾਨ ਕਰਦਾ ਹੈ, ਗੁਰੂ ਦੇ ਆਖੇ ਹੋਏ ਅੰਮ੍ਰਿਤ ਵੇਲੇ ਜਾਗਦਾ ਹੈ, ਜਪਦਾ ਹੈ, ਦਸਵੰਧ ਭੇਟਾ ਕਰਦਾ ਹੈ, ਸਤਸੰਗ ਕਰਦਾ ਹੈ, ਗੁਰੂ ਉਹ ਰਤਨ ਉਹਦੀ ਝੋਲੀ ਵਿੱਚ ਪਾ ਦਿੰਦਾ ਹੈ। ਇਹਦਾ ਮਤਲਬ ਹੈ ਮੁੱਲ ਨਾਲ ਨਹੀਂ ਮਿਲਦਾ। ਕਬੀਰ ਜੀ ਨੇ ਵੀ ਇਹ ਬੋਲ ਆਖੇ ਨੇ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ 'ਚ ਮਨ ਰੱਖ ਦਿੱਤਾ, ਤੇ ਮਨ ਰੱਖਣ ਤੋਂ ਮੁਰਾਦ ਹੈ ਗੁਰੂ ਦੀ ਮਰਿਆਦਾ ਨੂੰ ਮੰਨ ਲੈਣਾ, ਗੁਰੂ ਦੇ ਬਣਾਏ ਹੋਏ ਰਸਤੇ ਅਨੁਸਾਰ ਚੱਲਣਾ, ਤੇ ਗੁਰੂ ਨਾਮ ਦੀ ਦਾਤ ਝੋਲੀ ਵਿੱਚ ਪਾ ਦਿੰਦਾ। ਆਪਣੇ ਬਲ ਨਾਲ ਨਹੀਂ ਮਿਲਦਾ। ਆਪਣ ਲਿਆ ਜੇ ਮਿਲੈ ਵਿਛੜ ਕਿਉਂ ਰੋਵਣ, ਤਾਂ ਸਭ ਕੋ ਭਾਗਟ ਹੋਏ। ਇਸ ਲਈ ਮਿਹਰ ਕਰਕੇ ਗੁਰੂ ਨੇ ਨਾਮ ਸਿੱਖਾਂ ਨੂੰ ਹਿੱਤ ਕਰਕੇ ਪ੍ਰੇਮ ਕਰਕੇ ਦੇ ਦਿੱਤਾ। ਵਾਹਿਗੁਰੂ ਮੰਤਰ ਝੋਲੀ 'ਚ ਪਾਇਆ। ਸਰਬ ਸੁਰਨ ਕੋ ਤਬ ਤ੍ਰਿਪਤਾਵੈ। ਔਰ ਇਸ ਤਰ੍ਹਾਂ ਦੇ ਨਾਲ ਪੁੰਨਿਆ ਮਹਾਫਲ ਸੋ ਨਰ ਲੇ। ਜਿਹਨੂੰ ਗੁਰੂ ਮਿਹਰ ਕਰਕੇ ਹਿੱਤ ਕਰਕੇ ਤਰੁੱਠ ਕੇ ਨਾਮ ਦੀ ਦਾਤ ਦੇ ਦੇਵੇ, ਉਹ ਸਾਰੇ ਪੁੰਨਾਂ ਤੋਂ ਵੱਡਾ ਫਲ ਪ੍ਰਾਪਤ ਕਰ। ਜਿਹੜੇ ਪੁੰਨ ਕਰਮ ਮੰਨੇ ਗਏ ਨਾ, ਤੀਰਥਾਂ ਦਾ ਇਸ਼ਨਾਨ, ਦਾਨ, ਗਿਆਨ ਆਦਿਕ, ਸਭ ਤੋਂ ਵੱਡਾ ਫਲ ਉਹਦੀ ਝੋਲੀ 'ਚ ਪੈਂਦਾ ਹੈ ਜਿਹੜਾ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਹੈ। ਕਰ ਅਰਦਾਸ ਪ੍ਰਸਾਦ ਵਰਤਾਵੈ। ਫਿਰ ਜਿਹੜਾ ਗੁਰਸਿੱਖ ਹੈ ਅਰਦਾਸ ਕਰਕੇ ਲੰਗਰ ਵਰਤਾਵੇ। ਸਾਡੇ ਘਰ ਵਿੱਚ ਬੱਚੀਆਂ, ਭੈਣਾਂ, ਮਾਤਾਵਾਂ ਲੰਗਰ ਬਣਾਉਂਦੀਆਂ ਔਰ ਬੜੇ ਪ੍ਰੇਮ ਨਾਲ ਤਿਆਰ ਕਰਦੀਆਂ। ਘਰ ਵਿੱਚ ਪਿਤਾ ਆਇਆ, ਭਰਾ ਆਇਆ, ਪਤੀ ਆਇਆ, ਬੱਚੇ ਆਏ ਨੇ, ਤੇ ਉਸੇ ਵੇਲੇ ਤਾਜ਼ਾ ਤਾਜ਼ਾ ਫੁਲਕਾ ਬਣਾ ਕੇ ਉਹਨਾਂ ਨੂੰ ਪਰੋਸਦੀਆਂ ਨੇ। ਉਹਦੇ ਵਿੱਚ ਉਹਨਾਂ ਦੀ ਕਲਾ ਵੀ ਹੁੰਦੀ ਹੈ। ਰਸੋਈ ਇੱਕ ਪਾਕ ਕਲਾ ਹੈ, ਸਭ ਨੂੰ ਨਹੀਂ ਆਉਂਦੀ। ਮੇਰੇ ਵਰਗਿਆਂ ਨੂੰ ਤੇ ਪ੍ਰਸਾਦਾ ਵੇਲਣਾ ਵੀ ਨਹੀਂ ਆਉਂਦਾ। ਉਹ ਪਤਾ ਨਹੀਂ ਕਿੱਧਰ ਕਿੱਧਰ ਵੇਲਣਾ ਚੱਲ ਜਾਂਦਾ ਹੈ, ਤੇ ਪ੍ਰਸਾਦੇ ਦੀ ਜਗ੍ਹਾ ਕੁਝ ਹੋਰ ਹੀ ਨਜ਼ਰ ਆਉਣ ਲੱਗ ਪਿਆ। ਕਈ ਵਾਰੀ ਤਾਂ ਇੰਝ ਲੱਗਦਾ ਜਿਵੇਂ ਪ੍ਰਸਾਦਾ ਨਹੀਂ ਬਣਾਇਆ, ਕਿਸੇ ਦੇਸ਼ ਦਾ ਨਕਸ਼ਾ ਹੀ ਬਣਾ ਦਿੱਤਾ। ਇਹ ਮਾਤਾਵਾਂ ਵਿੱਚ ਵਾਹਿਗੁਰੂ ਨੇ ਪਾਕ ਕਲਾ ਪਾਈ ਹੋਈ, ਤਾਜ਼ਾ ਤਾਜ਼ਾ ਬਣਾ ਕੇ ਗਰਮ ਗਰਮ ਪਰੋਸਦੀਆਂ ਹਨ। ਪਰ ਜੇ ਪਰੋਸਣ ਤੋਂ ਪਹਿਲਾਂ ਥਾਲ ਵਿੱਚ ਅਕਸਰ ਪਾਇਆ, ਪਲੇਟ 'ਚ ਰੱਖਿਆ, ਤੇ ਰੱਖ ਕੇ ਬਾਅਦ 'ਚ ਹੀ ਦੇਣਾ ਹੈ ਨਾ, ਟੇਬਲ 'ਤੇ ਰੱਖਣਾ ਜਾਂ ਜਿੱਥੇ ਕੋਈ ਬੈਠਾ ਉਹਦੇ ਸਾਹਮਣੇ ਪਰੋਸਣਾ। ਤੇ ਜਦੋਂ ਥਾਲ ਵਿੱਚ ਪਾ ਲਿਆ ਰਸੋਈ ਵਿੱਚੋਂ, ਉਸ ਵੇਲੇ ਜ਼ਿਆਦਾ ਸਮਾਂ ਨਹੀਂ, ਭਾਵੇਂ 2 ਸੈਕਿੰਡ 5 ਸੈਕਿੰਡ, ਇਹਦੇ ਨਾਲ ਕੋਈ ਲੇਟ ਨਹੀਂ ਹੋ ਜਾਂਦਾ, ਤੇ ਨਾ ਕੋਈ ਪ੍ਰਸਾਦਾ, ਦਾਲ ਠੰਡੀ ਹੋ ਜਾਂਦੀ। ਹੱਥ ਜੋੜ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਕੇ ਬਸ ਇੰਨਾ ਹੀ ਕਹਿ ਲਏ, ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਾਰ ਲਾਏ। ਆਪ ਜੀ ਦੀ ਰਸਨੀ ਲਾਇਕ ਹੋਵੇ, ਇਤਨਾ ਹੀ ਕਹਿ ਲਵੇ। ਤੇ ਇਤਨਾ ਕਹਿਣ ਨਾਲ ਕੀ ਹੋਵੇਗਾ, ਸਾਰੇ ਮਹਾਨ ਪੁੰਨ ਉਹਦੀ ਝੋਲੀ 'ਚ ਪੈ ਜਾਣਗੇ। ਕਰ ਅਰਦਾਸ ਪ੍ਰਸਾਦ ਵਰਤਾਵੇ। ਜਿਹੜਾ ਇਸ ਤਰ੍ਹਾਂ ਅਰਦਾਸ ਕਰਕੇ ਲੰਗਰ ਵਰਤਾਉਂਦਾ ਆਪਣੇ ਘਰ ਵਿੱਚ,
ਤੁਹਾਡੇ ਘਰ ਦਾ ਭੋਜਨ ਨਹੀਂ ਰਹਿ ਜਾਏਗਾ, ਉਹ ਗੁਰੂ ਨਾਨਕ ਗਰੀਬ ਨਵਾਜ਼ ਦਾ ਲੰਗਰ ਬਣ ਜਾਏ, ਤੇ ਉਹ ਗੁਰੂ ਨਾਨਕ ਗਰੀਬ ਨਵਾਜ਼ ਦੀ ਰਸਨਾ ਤੱਕ ਪਹੁੰਚ ਜਾਏਗਾ, ਤੇ ਫਿਰ ਮਿਲੇਗਾ ਕੀ ਸਰਵਣ ਕਰੀਏ। ਤਿਨ ਤੇ ਅਘ ਕਰ ਬਿਗਨ ਨ ਸਾਵੈ। ਮਹਾਰਾਜ ਕਹਿਣ ਲੱਗੇ ਫਿਰ ਇਸ ਤਰ੍ਹਾਂ ਅਰਦਾਸ ਕਰਕੇ ਭੋਜਨ ਵਰਤਾਉਣ ਨਾਲ, ਛਕਣ ਨਾਲ ਇਹ ਹੁੰਦਾ ਹੈ ਕਿ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ। ਦੇਖੋ ਕਿਤਨਾ ਸੁਖੈਨ ਤਰੀਕਾ ਗੁਰੂ ਨਾਨਕ ਨੇ ਝੋਲੀ 'ਚ ਪਾਇਆ, ਹੋਰ ਕਿਸੇ ਕੋਲ ਇਹ ਨਹੀਂ ਹੋਵੇਗਾ। ਤੁਹਾਨੂੰ ਮਹਾਰਾਜ ਨੇ ਪ੍ਰਦਾਨ ਕੀਤਾ ਹੈ ਕਿ ਉਸ ਦੇ ਨਾਲ ਸਾਰੇ ਪਾਪ ਤੇ ਹਰ ਤਰ੍ਹਾਂ ਦੇ ਵਿਘਨ ਜਿਹੜੇ ਰੁਕਾਵਟਾਂ ਨੇ ਉਹ ਸਾਰੀਆਂ ਨਸਾਵੇ, ਨਸ ਜਾਂਦੀਆਂ, ਲਾਗੇ ਨਹੀਂ ਖੜਦੀਆਂ, ਨਾ ਕੋਈ ਵਿਘਨ ਰਹਿੰਦਾ ਹੈ। ਜੇ ਵਿਘਨ ਚਲੇ ਜਾਣ ਤਾਂ ਫਿਰ ਸਾਰੀ ਸਫਲਤਾ ਝੋਲੀ 'ਚ ਪੈ ਜਾਂਦੀ ਹੈ, ਹਰ ਕੰਮ ਸਫਲ ਹੋ ਜਾਂਦਾ। ਘਰ ਵਿੱਚ ਇਸ ਤਰ੍ਹਾਂ ਕਰਨਾ ਸ਼ੁਰੂ ਕਰੋ, ਬੱਚੇ ਫੇਲ ਨਹੀਂ ਹੋਣਗੇ, ਮਿਹਨਤ ਕਰਨੀ ਆ ਜਾਏਗੀ, ਉਹ ਭੋਜਨ ਬੰਦਗੀ ਵਾਲਾ ਕਰਨਗੇ, ਮਨ ਦੀ ਇਕਾਗਰਤਾ ਬਣੇਗੀ, ਪੜ੍ਹਿਆ ਹੋਇਆ ਯਾਦ ਰਵੇਗਾ, ਫੇਲ ਨਹੀਂ ਹੋਣਗੇ, ਵੱਡੀਆਂ ਵੱਡੀਆਂ ਪਦਵੀਆਂ ਤੱਕ ਪਹੁੰਚੋਗੇ, ਫਸਲਾਂ ਦਾ ਨੁਕਸਾਨ ਨਹੀਂ ਹੋਵੇਗਾ, ਕਾਰੋਬਾਰ ਵਿੱਚ ਬਰਕਤਾਂ ਬਣ ਜਾਣਗੀਆਂ। ਆਪ ਆਖੋਗੇ ਇੰਨਾ ਛੋਟਾ ਕੰਮ ਕਰਨ ਨਾਲ ਐਡੀ ਵੱਡੀ ਪ੍ਰਾਪਤੀ। ਬਿਲਕੁਲ ਇਹ ਸੱਚ ਹੈ ਸਾਧ ਸੰਗਤ। ਕਿੰਨਾ ਵੱਡਾ ਮਹਿਲ ਹੁੰਦਾ ਹੈ, ਘਰ ਹੁੰਦਾ ਹੈ, ਤੇ ਚਾਬੀ ਬਿਲਕੁਲ ਛੋਟੀ ਜਿਹੀ ਹੁੰਦੀ, ਮਸਾਂ 2 ਗ੍ਰਾਮ ਵਜ਼ਨ ਹੁੰਦਾ ਹੈ, ਤੇ ਉਹ ਛੋਟੀ ਜਿਹੀ ਚਾਬੀ ਨਾਲ ਸਾਰੇ ਘਰ ਦੇ ਦੁਆਰ ਖੁੱਲ੍ਹ ਜਾਂਦੇ। ਇਸ ਤਰ੍ਹਾਂ ਅਰਦਾਸ ਕਰਕੇ ਭੋਜਨ ਤਿਆਰ ਕਰਨਾ, ਅਰਦਾਸ ਕਰਕੇ ਭੋਜਨ ਵਰਤਾਉਣਾ, ਇਹ ਵਰਤਾਉਣ ਨਾਲ ਸਾਰੀਆਂ ਸਫਲਤਾਵਾਂ ਆ ਜਾਂਦੀਆਂ, ਤੇ ਕਰ ਸੌਖਾ ਹੀ ਸਕਦੇ ਹੋ। ਇਸ ਵਾਸਤੇ ਕੋਈ ਵੱਖਰਾ ਇੰਤਜ਼ਾਮ ਨਹੀਂ ਕਰਨਾ ਪੈਂਦਾ। ਬਸ ਥਾਲ 'ਚ ਪਾਇਆ, ਹੱਥ ਜੋੜੇ ਤੇ ਆਖਿਆ, ਹੇ ਗੁਰੂ ਨਾਨਕ ਪਾਤਸ਼ਾਹ, ਤੇਰੀ ਰਸਨੀ ਲਾਇਕ ਹੋਵੇ, ਤੈਨੂੰ ਪ੍ਰਵਾਨ ਹੋਵੇ, ਤੈਨੂੰ ਭੋਗ ਲੱਗੇ, ਤੇ ਇਹਨਾਂ ਕਹਿ ਕੇ ਵਰਤਾ ਦੇਣਾ, ਤੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਛਕ ਲੈਣਾ। ਇਸ ਨਾਲੋਂ ਵੱਡੀ ਕੋਈ ਇਬਾਦਤ ਨਹੀਂ ਹੋਵੇਗੀ। ਪ੍ਰਭ ਸਭ ਸੁਰ ਕੋ ਮੂਲ ਬਹਾਨਾ। ਮਹਾਰਾਜ ਕਹਿਣ ਲੱਗੇ ਪਾਰ ਬ੍ਰਹਮ ਪਰਮੇਸ਼ਰ ਸਾਰੀਆਂ ਦੈਵੀ ਸ਼ਕਤੀਆਂ ਦਾ ਮੂਲ ਹੈ, ਤੇ ਮਹਾਨ ਹੈ, ਸਭ ਤੋਂ ਵੱਡਾ ਹੈ। ਤਿਸ ਤ੍ਰਿਪਤੇ ਸਭ ਤ੍ਰਿਪਤਾਨਾ। ਉਸ ਦੇ ਤ੍ਰਿਪਤ ਹੋ ਜਾਣ ਨਾਲ ਸਾਰੀਆਂ ਗੈਬੀ ਸ਼ਕਤੀਆਂ ਤ੍ਰਿਪਤ ਹੋ ਜਾਂਦੀਆਂ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ। ਸਾਰੀਆਂ ਬਰਕਤਾਂ ਪ੍ਰਭੂ ਦੀ ਬਖਸ਼ਿਸ਼ ਨਾਲ ਝੋਲੀ 'ਚ ਪੈ ਜਾਂਦੀਆਂ ਹਨ। ਜਥਾ ਮੂਲ ਤਰ ਸਿੰਚਨ ਕਰੇ। ਫਿਰ ਮਹਾਰਾਜ ਉਦਾਹਰਨ ਦੇਣ ਲੱਗੇ, ਆਖਣ ਲੱਗੇ ਵੀ ਜਿਵੇਂ ਦਰਖਤ ਦੀਆਂ ਜੜ੍ਹਾਂ ਦੇ ਕੋਲ ਪਾਣੀ ਪਾਈਏ। ਹੌਜ ਬਣਾਏ ਹੁੰਦੇ ਨੇ ਬਾਗ ਦੇ ਮਾਲਕਾਂ ਨੇ, ਬਾਗਬਾਨਾਂ ਨੇ ਦਰਖਤਾਂ ਦੇ ਦੁਆਲੇ ਦੁਆਲੇ ਪਾਣੀ ਖੜਨ ਜੋਗੀ ਜਗ੍ਹਾ ਬਣਾਈ ਹੁੰਦੀ, ਤੇ ਜੇ ਪੱਤਿਆਂ ਨੂੰ ਪਾਣੀ ਪਾਉਂਦੇ ਰਹੀਏ ਤੇ ਦਰਖਤ ਹਰਾ ਨਹੀਂ ਹੁੰਦਾ। ਜਦ ਜੜ ਨੂੰ ਪਾਣੀ ਪਹੁੰਚਦਾ ਹੈ ਫਿਰ ਸਾਰਾ ਦਰਖਤ ਹਰਾ ਹੋ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਜਿਵੇਂ ਦਰਖਤ ਨੂੰ ਪਾਣੀ ਪਾਇਆ ਸਭ ਪੱਤਿਆਂ ਨੂੰ ਪਹੁੰਚਦਾ ਹੈ, ਇਸ ਤਰ੍ਹਾਂ ਵਾਹਿਗੁਰੂ ਮੰਤਰ ਦਾ ਜਾਪ ਕਰਨ ਨਾਲ ਸਾਰੇ ਕਰਮ ਧਰਮ ਸੁੱਚ ਨੇਮ ਸੰਜਮ ਸਾਰੇ ਆਪਣੇ ਆਪ ਹੋ ਜਾਂਦੇ ਹਨ। ਪੱਤਰ ਪੁਸਪ ਸਾਖਾ ਹੋਏ ਹਰੇ। ਉਸ ਨਾਲ ਜੜ ਤੱਕ ਪਾਣੀ ਪਹੁੰਚਣ ਨਾਲ ਪੱਤਰ ਫੁੱਲ ਟਹਿਣੀਆਂ ਸਭ ਹਰੀਆਂ ਭਰੀਆਂ ਹੋ ਜਾਂਦੀਆਂ ਹਨ। ਸੁਨ ਸਿਖਨ ਨਿਸਚੈ ਉਰ ਪਾਇਓ। ਇਸ ਤਰ੍ਹਾਂ ਜਦ ਗੁਰੂ ਅਰਜਨ ਦੇਵ ਮਹਾਰਾਜ ਦੀ ਰਸਨਾ ਤੋਂ ਸਿੱਖਾਂ ਨੇ ਸੁਣਿਆ ਤਾਂ ਉਹਨਾਂ ਦੇ ਅੰਦਰ ਨਿਸ਼ਚੈ ਹੋ ਗਿਆ, ਭਰੋਸਾ ਬਣ ਗਿਆ। ਅੱਜ ਵੀ ਜਿਹੜੇ ਪ੍ਰੇਮ ਨਾਲ ਇਹ ਬੋਲ ਸੁਣ ਰਹੇ ਹਨ, ਭਰੋਸਾ ਬਣ ਜਾਏਗਾ, ਤੇ ਘਰ ਵਿੱਚ ਭੋਜਨ ਬਣਾ ਕੇ ਵਰਤਾਉਣ ਤੋਂ ਪਹਿਲਾਂ ਅਰਦਾਸ ਕਰਨ ਲੱਗ ਪੈਣਗੇ। ਤੁਸੀਂ ਨੋਟ ਕਰ ਲੈਣਾ, ਉਹਨਾਂ ਦੇ ਘਰ ਵਿੱਚ ਬਰਕਤਾਂ ਸ਼ੁਰੂ ਹੋ ਜਾਣਗੀਆਂ, ਮਿਹਰਾਂ ਦੀ ਦਾਤ ਝੋਲੀ ਵਿੱਚ ਪੈ ਜਾਏਗੀ, ਰਹਿਮਤਾਂ ਦੀ ਪ੍ਰਸੰਨਤਾ ਦੀ ਖੇਡ ਬਣ ਜਾਏਗੀ।
ਔਰ ਰੁਕੇ ਹੋਏ ਕੰਮ ਆਪੇ ਬਣ ਜਾਣਗੇ। ਮਹਾਰਾਜ ਜੀ ਦਾ ਚੌਪਈ ਸਾਹਿਬ ਜੀ ਦਾ ਪਾਠ ਕਰ ਲਓ, ਮੂਲ ਮੰਤਰ ਦਾ ਜਾਪ ਕਰ ਲਓ ਤੇ ਕਾਰਜ ਰਾਸ ਹੋ ਜਾਂਦੇ। ਮੈਨੂੰ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਬੱਚੀ ਦਾ ਤਰਨ ਤਾਰਨ ਤੋਂ ਫੋਨ ਆਇਆ, ਆਖਣ ਲੱਗੇ ਬੜੀ ਮੈਂ ਮਿਹਨਤ ਕੀਤੀ ਹੋਈ ਹੈ ਪਰ ਮੇਰਾ ਆਫਰ ਲੈਟਰ ਨਹੀਂ ਆ ਰਿਹਾ, ਪਤਾ ਨਹੀਂ ਕੀ ਰੁਕਾਵਟ ਬਣੀ ਹੋਈ, ਮੈਨੂੰ ਕੁਝ ਦੱਸੋ ਮੈਂ ਕੀ ਕਰਾਂ। ਮੈਂ ਕਿਹਾ ਸਤਿਗੁਰੂ ਨੇ ਦੱਸਿਆ ਹੋਇਆ ਜਾਪ ਕਰਨਾ, ਵੱਖਰਾ ਦੱਸਣ ਦੀ ਕੋਈ ਲੋੜ ਨਹੀਂ। ਮਹਾਰਾਜ ਨੇ ਆਪ ਸਾਨੂੰ ਵਾਹਿਗੁਰੂ ਗੁਰਮੰਤਰ ਦਿੱਤਾ ਹੈ, ਗੁਰੂ ਬਖਸ਼ੀਆਂ ਨਿਤਨੇਮ ਦੀਆਂ ਬਾਣੀਆਂ ਦਿੱਤੀਆਂ, ਚੌਪਈ ਸਾਹਿਬ ਦਾ ਮੈਂ ਕਿਹਾ ਪਾਠ ਕਰ ਲਓ। ਤੇ ਅੱਜ ਮੈਨੂੰ ਉਹਨਾਂ ਦਾ ਫੋਨ ਆ ਗਿਆ, ਕਹਿਣ ਲੱਗੇ ਤੇ ਕਰਾਮਾਤ ਹੀ ਹੋ ਗਈ, ਕ੍ਰਿਸ਼ਮਾ ਹੀ ਹੋ ਗਿਆ। ਮੈਂ ਕਿਹਾ ਕੀ ਹੋਇਆ? ਆਖਣ ਲੱਗੇ ਮੈਨੂੰ ਆਫਰ ਲੈਟਰ ਪ੍ਰਾਪਤ ਹੋ ਗਿਆ। ਮੈਂ ਕਿਹਾ ਗੁਰੂ ਨਾਨਕ ਦੀ ਬਾਣੀ ਦੀ ਬਰਕਤ ਹੈ, ਨਾਮ ਦੀ ਬਰਕਤ ਹੈ। ਜੇਕਰ ਮੰਨ ਲਈਏ ਤਾਂ ਫਿਰ ਸਾਰੇ ਬਰਕਤਾਂ ਦੇ ਦਰਵਾਜ਼ੇ ਖੁੱਲ ਜਾਂਦੇ, ਤੇ ਨਾ ਮੰਨੀਏ ਤੇ ਮੈਂ ਤਾਂ ਦੇਖਿਆ ਲੋਕੀ ਮਜ਼ਾਕ ਵੀ ਉਡਾਉਂਦੇ ਨੇ, ਤਨਸ ਕਰਦੇ ਨੇ, ਤਾਨੇ ਦਿੰਦੇ ਨੇ ਔਰ ਤਰ੍ਹਾਂ ਤਰ੍ਹਾਂ ਨਾਲ ਨਿੰਦਾ ਕਰਦੇ ਨੇ। ਪਰ ਹਾਂ ਜੇ ਮੰਨ ਲਈਏ ਫਿਰ ਖੇਡ ਬਣ ਜਾਂਦੀ। ਜੜ ਨੂੰ ਪਾਣੀ ਪਾਇਆ, ਸਾਰੇ ਫੁੱਲ ਫਲ ਪੱਤੀਆਂ ਹਰੀਆਂ ਹੋ ਜਾਂਦੀਆਂ ਨੇ। ਤੇ ਸਿੱਖਾਂ ਨੇ ਮਹਾਰਾਜ ਜੀ ਦਾ ਬਚਨ ਸੁਣ ਕੇ ਤੇ ਹਿਰਦੇ ਵਿੱਚ ਧਾਰਨ ਕਰ ਲਿਆ। ਸਤਿਗੁਰ ਆਗੈ ਸੀਸ ਝੁਕਾਇਓ। ਫਿਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਚਰਨ ਕਮਲਾਂ ਤੇ ਸਜਦਾ ਕੀਤਾ, ਮੱਥਾ ਟੇਕਿਆ। ਗੁਰ ਦਿੱਤਾ ਸਿੱਖ ਲਟਕਣ ਘੂਰਾ। ਇਸ ਤਰ੍ਹਾਂ ਦੇ ਨਾਲ ਭਾਈ ਗੁਰ ਦਿੱਤਾ ਤੇ ਭਾਈ ਲਟਕਣ ਘੂਰਾ ਇਹ ਖੱਤਰੀ ਬਰਾਦਰੀ ਵਿੱਚ ਆਉਂਦੇ ਹਨ। ਇਸ ਢੰਗ ਦੇ ਨਾਲ ਉਤੋ ਸਰਾਫ ਕਟਾਰਾ ਰੂਰਾ। ਔਰ ਇਸੇ ਤਰ੍ਹਾਂ ਦੇ ਨਾਲ ਬੜਾ ਸੋਹਣਾ ਲਿਖਿਆ ਭਾਈ ਸਾਹਿਬ ਜੀ ਨੇ, ਸਰਾਫ ਇਹਦਾ ਕੰਮ ਕਰਨ ਵਾਲਾ ਭਾਈ ਕਟਾਰਾ। ਇਹ ਤਿੰਨ ਗੁਰਸਿੱਖ ਨੇ, ਭਾਈ ਗੁਰ ਦਿੱਤਾ, ਭਾਈ ਲਟਕਣ ਤੇ ਭਾਈ ਕਟਾਰਾ। ਮਿਲ ਭਗਵਾਨਾ ਚਾਰੋਂ ਆਏ। ਇਹ ਚੌਥਾ ਇਹਨਾਂ ਦੇ ਨਾਲ ਭਾਈ ਭਗਵਾਨਾ ਜੀ ਹੈ। ਇਹ ਚਾਰੇ ਮਿਲ ਕੇ ਮਹਾਰਾਜ ਜੀ ਦੇ ਚਰਨਾਂ 'ਚ ਇਹਨਾਂ ਨੇ ਵੀ ਸਵਾਲ ਕੀਤੇ ਹਨ। ਸ੍ਰੀ ਅਰਜਨ ਪਗ ਸੀਸ ਝੁਕਾਏ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪ੍ਰਤੱਖ ਹੈ ਹਰ ਸਤਿਗੁਰੂ ਜੀ ਦੇ ਮੁਬਾਰਕ ਬਖਸ਼ਿਸ਼ਮਈ ਚਰਨ ਕਮਲਾਂ ਤੇ ਇਹਨਾਂ ਚਾਰਾਂ ਨੇ ਸਜਦਾ ਕੀਤਾ। ਬੂਝਿਓ ਨਾਮ ਜਪੈ ਹਮ ਕੌਣ। ਆਖਿਆ ਮਹਾਰਾਜ ਸਾਨੂੰ ਕਿਰਪਾ ਕਰਕੇ ਦੱਸੋ ਕਿਹੜਾ ਨਾਮ ਜਪੀਏ। ਅੱਜ ਵੀ ਕਈ ਇਹ ਸਵਾਲ ਕਰਦੇ ਨੇ, ਦੱਸੋ ਜੀ ਕੋਈ ਸ਼ਬਦ ਦੱਸੋ ਕਿਹੜਾ ਜਪੀਏ। ਤੇ ਮੈਂ ਅਰਜ਼ ਕਰਾਂ, ਵੱਖ ਵੱਖ ਸ਼ਬਦ ਲੋਕ ਜਪਦੇ ਵੀ ਨੇ। ਕੋਈ ਦੁੱਖ ਭੰਜਣੀ ਦੇ ਗੁਟਕੇ ਬਣਾਏ ਹੋਏ ਨੇ, ਭਾਵੇਂ ਦੁੱਖ ਭੰਜਣੀ ਨਾਮ ਦੀ ਬਾਣੀ ਦਾ ਸਿਰਲੇਖ ਗੁਰੂ ਗ੍ਰੰਥ ਸਾਹਿਬ 'ਚ ਕੋਈ ਨਹੀਂ। ਜਿਵੇਂ ਜਪਜੀ ਹੈ, ਜਪ ਹੈ, ਸੋਹਿਲਾ ਹੈ, ਰਹਿਰਾਸ ਹੈ, ਸੁਖਮਨੀ ਹੈ, ਇਹ ਸਾਰੇ ਸਿਰਲੇਖ ਨੇ। ਸੁਚੱਜੀ ਕੁਚੱਜੀ ਗੁਣਵੰਤੀ ਸਿਰਲੇਖ ਨੇ। ਦੁੱਖ ਭੰਜਨੀ ਨਾਮ ਦਾ ਸਿਰਲੇਖ ਕਿਧਰੇ ਨਹੀਂ ਹੈਗਾ। ਹਾਂ, ਦੁੱਖ ਭੰਜਨੀ ਸਾਰੀ ਬਾਣੀ ਹੈਗੀ। ਮਹਾਰਾਜ ਜੀ ਦੀ ਬਾਣੀ ਦਾ ਜਪ ਕਰੋ, ਪਾਠ ਕਰੋ, ਤੇ ਸਾਰੀ ਬਾਣੀ ਦਾ ਮੂਲ ਮੰਤਰ ਹੈਗਾ। ਉਹ ਜਪੋ ਤੇ ਸਾਰੀਆਂ ਬਰਕਤਾਂ ਝੋਲੀ 'ਚ ਪੈ ਜਾਂਦੀਆਂ। ਤੇ ਗੁਰੂ ਦਾ ਬਖਸ਼ਿਆ ਹੋਇਆ ਗੁਰਮੰਤਰ ਵਾਹਿਗੁਰੂ ਮੰਤਰ ਹੈ। ਇਹ ਜਪਣ ਨਾਲ ਬਰਕਤਾਂ ਝੋਲੀ 'ਚ ਪੈ ਜਾਂਦੀਆਂ ਨੇ। ਫਿਰ ਵੀ ਕਈ ਪੁੱਛਦੇ ਰਹਿੰਦੇ ਨੇ, ਇਹ ਜਪੋ, ਇਹ ਕਰੋ, ਇਸ ਤਰ੍ਹਾਂ ਕਰੋ। ਮੁਬਾਰਕ ਹੈ ਕਿਸੇ ਢੰਗ ਨਾਲ ਵੀ ਕੋਈ ਬਾਣੀ ਨਾਲ ਜੁੜ ਜਾਏ। ਬਹੁਤ ਸਾਰੇ ਮਹਾਂਪੁਰਖ ਬਾਣੀ ਨਾਲ ਇਸ ਢੰਗ ਨਾਲ ਜੋੜ ਦਿੰਦੇ, ਤੇ ਮਕਸਦ ਸਿਰਫ ਸਤਿਗੁਰੂ ਜੀ ਦੀ ਬਾਣੀ ਨਾਲ ਜੋੜਨਾ ਹੁੰਦਾ, ਹੋਰ ਕੋਈ ਨਹੀਂ ਹੁੰਦਾ। ਮੈਨੂੰ ਘਟਨਾ ਬਾਰ-ਬਾਰ ਚੇਤੇ ਆ ਜਾਂਦੀ। ਇੱਥੇ ਪਟਨਾ ਸਾਹਿਬ ਦੀ ਹੀ ਘਟਨਾ ਹੈ। ਉਹਨੂੰ ਕੁਝ ਸੱਜਣ ਕਲਕੱਤੇ ਦੀ ਕਹਿ ਕੇ ਸੁਣਾਉਂਦੇ ਹਨ, ਹੈ ਪਟਨਾ ਸਾਹਿਬ ਦੀ। ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਖ, ਉਹਨਾਂ ਨੂੰ ਕਿਸੇ ਪੁੱਛਿਆ ਸੀ ਬਈ ਬਾਬਾ ਜੀ ਤੁਹਾਡੀ ਮਰਿਆਦਾ ਕਿਹੜੀ ਹੈਗੀ। ਆਖਣ ਲੱਗੇ ਹੋਰ ਕੋਈ ਮਰਿਆਦਾ ਨਹੀਂ, ਸਾਡੀ ਇੱਕੋ ਹੀ ਮਰਿਆਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨਾ।
ਇਹ ਸਾਰੀ ਬੰਦਗੀ ਦੀ ਬਰਕਤ ਹੈ। ਤੇ ਸਾਧੂ ਦੀ ਪਛਾਣ ਵੀ ਇਹੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਦਾ ਹੈ, ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨਾਲ ਜੋੜਦਾ ਹੈ। ਸਾਰੀ ਬਾਣੀ ਦਾ ਮੂਲ ਮੰਤਰ ਹੈ, ਮਹਾ ਮੰਤਰ ਗੁਰਮੰਤਰ ਹੈ। ਇਹ ਜਪਣ ਨਾਲ ਸਾਰੀ ਖੇਡ ਬਣ ਜਾਂਦੀ ਹੈ। ਇਹਨਾਂ 4 ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਕਿਹੜਾ ਨਾਮ ਜਪੀਏ? ਜਿਸ ਤੇ ਪ੍ਰਾਪਤ ਹੋਏ ਸੁਖ ਭੋਨ। ਮਹਾਰਾਜ ਜਿਸ ਜਪਣ ਨਾਲ ਸੁੱਖਾਂ ਦਾ ਘਰ ਪ੍ਰਾਪਤ ਹੋ ਜਾਏ, ਸੰਸਾਰ ਦੇ ਸਾਰੇ ਸੁਖ ਝੋਲੀ ਚ ਪੈ ਜਾਵਣ। ਸਿਰ ਮੁਖ ਕਹਿਓ ਨਾਮ ਪ੍ਰਭ ਸਾਰੇ। ਤੇ ਮਹਾਰਾਜ ਮੁਸਕਰਾਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਆਖਣ ਲੱਗੇ ਸਾਰੇ ਨਾਮ ਪਰਮਾਤਮਾ ਦੇ। ਦੇਖੋ ਕਿੰਨੀ ਵਿਸ਼ਾਲਤਾ ਹੈ। ਭਾਵੇਂ ਕੋਈ ਲਾ ਇਲਾਹੀ ਇਲੱਲਾ ਪੜ੍ਹਦਾ ਹੈ, ਕੋਈ ਗਾਤਰੀ ਮੰਤਰ ਦਾ ਜਪ ਕਰਦਾ ਹੈ, ਕੋਈ ਓਮ ਸ਼ਬਦ ਦਾ ਉਚਾਰਨ ਕਰਦਾ ਹੈ, ਕੋਈ ਰਾਮ ਰਾਮ ਕਹਿੰਦਾ ਹੈ। ਸਾਰੇ ਹੀ ਨਾਮ ਮਹਾਨ ਹਨ ਤੇ ਸਾਰੇ ਹੀ ਨਾਮ ਪਰਮਾਤਮਾ ਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਸਾਰੇ ਹੀ ਨਾਮ ਮਹਾਨਤਾ ਰੱਖਦੇ ਨੇ। ਕਹਿਓ ਨਾਮ ਪ੍ਰਭੂ ਸਾਰੇ, ਸ੍ਰੀ ਮੁਖ ਕਹਿਓ ਨਾਮ ਪ੍ਰਭੂ ਸਾਰੇ। ਸਾਰੇ ਹੀ ਨਾਮ ਭਾਵੇਂ ਪਰਮਾਤਮਾ ਦੇ ਹਨ। ਭੋ ਜਲ ਪਾਰ ਉਤਾਰਨ ਹਾਰੇ। ਇਹ ਸਾਰੇ ਹੀ ਨਾਮ ਜਪਣ ਨਾਲ ਮਨੁੱਖ ਭਵਜਲ ਤੋਂ ਪਾਰ ਉਤਰ ਜਾਂਦਾ, ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਸ੍ਰੀ ਨਾਨਕ ਨਿਜ ਸਿੱਖਣ ਹੇਤ। ਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਿੱਖਾਂ ਨਾਲ ਪਿਆਰ ਕਰਦਿਆਂ ਹੋਇਆ, ਸਿੱਖਾਂ ਨੂੰ ਨਿਵਾਜਦਿਆਂ ਹੋਇਆ, ਗਲ ਨਾਲ ਲਾਉਂਦਿਆਂ ਹੋਇਆ, ਆਪਣੇ ਸਿੱਖਾਂ ਵਾਸਤੇ ਵਾਹਿਗੁਰੂ ਸਿਰਜਿਓ ਨਿਤ ਚੇਤ। ਵਾਹਿਗੁਰੂ ਮੰਤਰ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਲਈ, ਸਿਮਰਨ ਲਈ ਉਹਨਾਂ ਨੇ ਸਿਰਜਿਆ ਹੈ। ਚਾਤਰ ਬਿਹੂ ਜਿਮ ਪ੍ਰਭ ਕੇ ਰੂਪ। ਜਿਸ ਤਰ੍ਹਾਂ 4 ਰੂਪ ਪਰਮਾਤਮਾ ਦੇ ਮੰਨੇ ਜਾਂਦੇ। ਪੁਰਾਣੇ ਬਜ਼ੁਰਗਾਂ ਨੇ ਸਰੀਰ ਪੁਰਖ, ਸੰਧ ਪੁਰਖ, ਦੇਵ ਪੁਰਖ, ਮਹਾਂਪੁਰਖ ਆਦਿਕ ਨਾਮ ਮੰਨੇ ਹਨ, ਰੂਪ ਮੰਨੇ ਹਨ। ਤਿਮ ਇਹ 4 ਵਰਨ ਅਨੂਪ। ਇਸ ਤਰ੍ਹਾਂ ਇਹ 4 ਵਰਣ, 4 ਅੱਖਰ ਵਾਹਿਗੁਰੂ ਜਿਨ੍ਹਾਂ ਨਾਲ ਲਿਖਿਆ ਜਾਂਦਾ ਹੈ, ਇਹਨਾਂ ਵਰਗਾ ਮਹਾਨ ਮੰਤਰ ਇਸ ਦੀ ਉਪਮਾ ਨਹੀਂ ਦਿੱਤੀ ਜਾ ਸਕਦੀ। ਯਥਾ ਚਮੂ ਕੇ 4 ਅੰਗ। ਇਹ 4 ਅੱਖਰ ਇਸ ਤਰ੍ਹਾਂ ਨੇ ਜਿਵੇਂ ਚਤੁਰੰਗਣੀ ਸੈਨਾ ਹੋਵੇ। ਚਤੁਰੰਗਣੀ ਸੈਨਾ ਹੁੰਦੀ ਹੈ ਨਾ, ਜਿਸ ਵਿੱਚ ਪਿਆਦੇ ਹੁੰਦੇ ਨੇ, ਘੋੜਸਵਾਰ, ਹਾਥੀਆਂ ਤੇ ਚੜੇ ਹੋਏ ਤੇ ਰਥਾਂ ਤੇ ਚੜੇ ਹੋਏ। ਚਤੁਰੰਗਣੀ ਸੈਨਾ, 4 ਅੰਗਾਂ ਦੀ ਸੈਨਾ, 4 ਅੰਗ ਸੈਨਾ ਦੇ ਜਿਵੇਂ ਹੁੰਦੇ ਹਨ। ਇਮ ਇਹ ਵਰਣ ਸਤਰੂ ਅਗ ਭੰਗ। ਇਸ ਤਰ੍ਹਾਂ ਜਿਵੇਂ ਉਹ ਚਤੁਰੰਗਣੀ ਸੈਨਾ ਜਿੱਧਰ ਧਾਵਾ ਕਰਦੀ ਹੈ, ਦੁਸ਼ਮਣਾਂ ਦਾ ਨਾਮੋ ਨਿਸ਼ਾਨ ਮਿਟਾ ਦਿੰਦੀ, ਦੁਸ਼ਮਣਾਂ ਨੂੰ ਤਹਿਸ ਨਹਿਸ ਕਰ ਦਿੰਦੀ ਹੈ। ਇਸ ਤਰ੍ਹਾਂ ਇਹ ਚਤੁਰੰਗਣੀ ਸੈਨਾ ਵਾਹਿਗੁਰੂ ਮੰਤਰ 4 ਅੱਖਰਾਂ ਦਾ, ਇਹ ਪਾਪਾਂ ਦੀ ਸੈਨਾ ਦਾ ਨਾਸ਼ ਕਰ ਦਿੰਦਾ, ਗੁਨਾਹਾਂ ਬੇਬਰਕਤੀਆਂ ਦੀ ਸੈਨਾ ਦਾ ਮੂਲ ਮੁੱਢ ਮੁਕਾ ਦਿੰਦਾ ਹੈ। 4 ਵੇਦਨ ਕੋ ਮਥਿਸਾਰ। ਜੇ 4 ਵੇਦਾਂ ਦਾ, ਤਮਾਮ ਸ਼ਸਤਰਾਂ ਦਾ ਸਾਰ ਮਤ ਕੇ ਦੇਖੀਏ, ਸੁੰਦਰ ਵਰਨ ਰਚੇ ਗੁਰ 4। ਇਹੋ ਜਿਹੇ ਮਹਾਨ 4 ਸੁੰਦਰ ਵਰਣ, 4 ਅੱਖਰ ਹੋਰ ਕਿਧਰੇ ਨਹੀਂ ਮਿਲਣਗੇ। ਚੋਹ ਦਿਸ ਤੇ ਡਿਡ ਮਨ ਹੋ ਜਹਾਜ। 4 ਦਿਸ਼ਾ ਤੋਂ ਜਿਵੇਂ ਜਹਾਜ਼ ਤੇ ਜਿੱਧਰੋਂ ਵੀ ਕੋਈ ਚੜ ਜਾਏ। ਐਸਾ ਨਹੀਂ ਵੀ ਜਹਾਜ਼ ਇਹ ਕਹੇਗਾ ਬਈ ਇਸ ਪਾਸਿਓਂ ਚੜੋ ਤਾਂ ਪਾਰ ਕਰਨਾ ਹੈ। ਕੋਈ ਸੱਜੇ ਪਾਸਿਓਂ, ਕੋਈ ਖੱਬੇ ਪਾਸਿਓਂ, ਕੋਈ ਪਿਛਲੇ ਪਾਸਿਓਂ, ਕੋਈ ਮਲਾਹ ਜਿੱਧਰ ਬੈਠਾ ਹੋਵੇ ਉਸ ਪਾਸਿਓਂ ਜਹਾਜ਼ ਤੇ ਸਵਾਰ ਹੋ ਜਾਏ। ਚਾਰੇ ਕਿਨਾਰਿਆਂ ਤੋਂ ਚੜੇ ਹੋਏ ਸਵਾਰੀਆਂ ਨੂੰ, ਲੋਕਾਂ ਨੂੰ ਜਹਾਜ਼ ਪਾਰ ਕਰ ਦਿੰਦਾ ਹੈ। ਇਸ ਤਰ੍ਹਾਂ ਇਹ 4 ਅੱਖਰ ਨਾਮ ਜਹਾਜ਼ ਦੇ ਹਨ। 4 ਅੱਖਰ ਜਪਣ ਨਾਲ 4 ਦਿਸ਼ਾਵਾਂ ਦੇ, 4 ਵਰਣਾਂ ਦੇ ਲੋਕ ਉਧਰ ਜਾਂਦੇ ਹਨ। ਕਲ ਮਹਿ ਸਿੱਖ ਉਬਾਰਨ ਕਾਜ। ਕਲਯੁਗ ਵਿੱਚ ਸਿੱਖਾਂ ਦਾ ਉਦਾਹਰਣ ਕਰਨ ਵਾਸਤੇ
ਸਿੱਖਾਂ ਦਾ ਕਲਿਆਣ ਕਰਨ ਵਾਸਤੇ, ਪਾਰ ਉਤਾਰਨ ਲਈ ਗੁਰੂ ਸਾਹਿਬ ਜੀ ਨੇ ਜਪ ਹੈ ਨਿਰੰਤਰ ਮਹਿਮਾ ਜਾਨ। ਇਹ ਜੋ ਮਹਾ ਮੰਤਰ ਦਿੱਤਾ ਹੈ, ਬਖਸ਼ਿਆ ਹੈ, ਜਿਹੜੇ ਲਗਾਤਾਰ ਨਿਰਵਿਘਨਤਾ ਨਾਲ ਇਸ ਨੂੰ ਜਪਦੇ ਹਨ, ਉਹਨਾਂ ਦੀ ਮਹਾਨ ਮਹਿਮਾ ਬਣ ਜਾਂਦੀ ਹੈ। ਤਿਨ ਕੋ ਕਰਤਬ ਰਹਿਓ ਨ ਆਨ। ਉਹਨਾਂ ਨੂੰ ਫਿਰ ਹੋਰ ਕੁਝ ਕਰਤਬ ਕਰਮ ਕਾਂਡ ਆਦਿ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਵਾਹਿਗੁਰੂ ਜਿਨ ਹਿਰਦੈ ਵਸਾਇਓ। ਤੇ ਜਿਸ ਨੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਮੰਤਰ ਵਸਾ ਲਿਆ, ਤੇ ਵਸੇਗਾ ਕਿਵੇਂ? ਜਿਹੜੀ ਚੀਜ਼ ਬਾਰ-ਬਾਰ ਅਸੀਂ ਬਾਜ਼ਾਰ ਵਿੱਚ ਸਾਈਨ ਬੋਰਡ ਤੇ ਦੇਖਦੇ ਆ ਨਾ, ਪੜ੍ਹਦੇ ਆ, ਉਹ ਸਾਡੇ ਅੰਦਰ ਚੇਤੇ ਹੋ ਜਾਂਦੀ। ਜਿਵੇਂ ਕੋਈ ਸਾਬਣ, ਕੋਈ ਤੇਲ, ਕੋਈ ਕੱਪੜਾ, ਕੋਈ ਹੋਰ ਇਸ ਤਰ੍ਹਾਂ ਦੀ ਚੀਜ਼ ਬਾਰ-ਬਾਰ ਉਹੀ ਸਾਹਮਣੇ ਆਈ ਜਾਂਦੀ ਹੈ। ਵੱਖ-ਵੱਖ ਕੰਪਨੀਆਂ ਨੇ ਇਲੈਕਟ੍ਰੋਨਿਕ ਅਪਲਾਇੰਸਸ ਬਣਾਏ ਨੇ, ਉਹਨਾਂ ਦੀ ਐਡ ਹੁੰਦੀ ਹੈ ਟੀਵੀ ਚੈਨਲਾਂ 'ਤੇ, ਰੇਡੀਓ 'ਤੇ, ਅਖਬਾਰਾਂ 'ਚ, ਸਾਈਨ ਬੋਰਡਾਂ 'ਤੇ। ਉਹ ਬਾਰ-ਬਾਰ ਅਸੀਂ ਪੜ੍ਹਦੇ ਹਾਂ ਅਤੇ ਉਹ ਚੀਜ਼ ਮਨ ਦਾ ਹਿੱਸਾ ਬਣ ਜਾਂਦੀ। ਫਿਰ ਅਸੀਂ ਉਹਦੇ ਗੁਣ ਦੋਸ਼ ਜਾਣਨ ਤੋਂ ਬਿਨਾਂ ਹੀ ਦੁਕਾਨਦਾਰ ਨੂੰ ਕਹਿੰਦੇ ਹਾਂ ਵੀ ਇਹ ਚੀਜ਼ ਦੇ ਦੇ। ਭਾਵੇਂ ਬੜੇ ਸਾਬਣਾਂ ਦਾ ਜ਼ਿਕਰ ਹੈ ਵੀ ਇਹ ਸਾਬਣ ਨਾਲ ਨਹਾਓ। ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਕਿਉਂਕਿ ਨਾਮ ਲੈਣ ਨਾਲ ਬੰਦਾ ਕਾਨੂੰਨ ਦੀ ਮੱਦ ਵਿੱਚ ਆ ਜਾਂਦਾ। ਬੜੇ ਸਾਬਣਾਂ ਵਾਲੇ ਪ੍ਰਚਾਰ ਕਰਦੇ ਨੇ ਬਈ ਇਹ ਸਾਬਣ ਸੁੰਦਰਤਾ ਕਾ ਰਾਜ ਹੈ। ਕਿੰਨਾ ਮੂਰਖ ਬਣਾਇਆ ਲੋਕਾਂ ਨੂੰ। ਹੁਣ ਸਾਬਣ ਦਾ ਸੁੰਦਰਤਾ ਨਾਲ ਕੀ ਸੰਬੰਧ ਹੈ? ਮੈਂ ਅਰਜ਼ ਕਰਨਾ ਚਾਹੁੰਦਾ, ਸਾਬਣ ਦਾ ਮੈਲ ਨਾਲ ਸੰਬੰਧ ਹੈ ਬਈ ਇਹਦੇ ਨਾਲ ਮੈਲ ਲੈ ਸਕਦੀ ਹੈ। ਚਮੜੀ ਨੂੰ ਇਸ ਨਾਲ ਸਾਫ ਸੁਥਰਾ ਰੱਖਿਆ ਜਾ ਸਕਦਾ। ਜੇ ਕਿਸੇ ਦੇ ਨੇਤਰ ਭੈਂਗੇ ਹੋਣ ਤੇ ਸਾਬਣ ਥੋੜ੍ਹੀ ਠੀਕ ਕਰ ਦੇਵੇਗਾ। ਕਿਸੇ ਦਾ ਨੱਕ ਟੇਢਾ ਹੋਵੇ, ਫੀਨਾ ਹੋਵੇ, ਸਾਬਣ ਨੇ ਠੀਕ ਕਰ ਦੇਣਾ ਕੋਈ? ਦੰਦ ਟੁੱਟੇ ਹੋਣ, ਸਾਬਣ ਥੋੜ੍ਹੀ ਲਾ ਦੇਵੇਗਾ। ਪਰ ਬੰਦਾ ਸੋਚਦਾ ਹੈ ਇਹ ਸਾਬਣ ਲਾਉਣ ਨਾਲ ਬੰਦਾ ਸੁੰਦਰ ਬਣ ਜਾਂਦਾ। ਤੇ ਇਹ ਮਨ ਵਿੱਚ ਗੱਲ ਵਸੀ ਕਿੱਥੋਂ? ਬਾਰ-ਬਾਰ ਪੜ੍ਹੀ, ਬਾਰ-ਬਾਰ ਸੁਣੀ, ਬਾਰ-ਬਾਰ ਦੇਖੀ। ਇਸ ਤਰ੍ਹਾਂ ਵਾਹਿਗੁਰੂ ਮੰਤਰ ਬਾਰ-ਬਾਰ ਉਚਾਰਨ ਕਰਨਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੱਲਦਿਆਂ ਫਿਰਦਿਆਂ, ਬੈਠਦਿਆਂ ਉੱਠਦਿਆਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਬਾਰ-ਬਾਰ ਕਰਦਿਆਂ ਫਿਰ ਹਿਰਦੇ ਵਿੱਚ ਵਸ ਜਾਂਦਾ ਹੈ। ਹਾਂਜੀ। ਚਾਰ ਪਦਾਰਥ ਕਰ ਤਲ ਪਾਇਓ। ਤੇ ਜਿਨ੍ਹਾਂ ਨੇ ਜਪ ਕੇ ਵਾਹਿਗੁਰੂ ਨੂੰ ਹਿਰਦੇ 'ਚ ਵਸਾ ਲਿਆ, ਚਾਰੋਂ ਪਦਾਰਥ ਉਹਨਾਂ ਦੀ ਹਥੇਲੀ ਤੇ ਆ ਗਏ। ਮਹਾਰਾਜ ਦੇ ਬੋਲ ਵੀ ਨੇ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲੱਗ। ਗੁਰਮੁਖਾਂ ਦੀ ਸੇਵਾ ਕਰਦਿਆਂ, ਸਨਮਾਨ ਕਰਦਿਆਂ, ਜਪਦਿਆਂ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਦਾ ਦਾਤਾ, ਪੂਰੀ ਪਰੀ ਸਿਮਰ ਸਿਮਰ ਵਿਧਾਤਾ। ਸਿਮਰਨ ਕਰਨ ਨਾਲ ਸਾਧ ਸੰਗਤ ਆਪ ਕਰਕੇ ਦੇਖ ਲਓ। 2-4 ਮਹੀਨੇ 6 ਮਹੀਨੇ ਕਰਕੇ ਦੇਖ ਲਓ। ਮੈਂ ਬੜੀ ਦਫਾ ਇਹ ਗੁਜ਼ਾਰਿਸ਼ ਕਰਦਾ ਹੁੰਦਾ ਕਿ ਅੱਜ ਦੇ ਜੋ ਹਾਲਾਤ ਨੇ ਉਹ ਨੋਟ ਕਰ ਲਓ ਕਾਗਜ਼ 'ਤੇ। ਬਈ ਮਨ ਦੀ ਹਾਲਤ ਇਹੋ ਜਿਹੀ ਹੈ, ਤਨ ਦੀ ਇਹੋ ਜਿਹੀ ਹੈ, ਕਾਰੋਬਾਰ ਦੀ ਇਹੋ ਜਿਹੀ ਹੈ, ਪਰਿਵਾਰ ਦੀ ਇਹੋ ਜਿਹੀ ਹੈ। ਤੇ ਫਿਰ ਸਾਰਾ ਟੱਬਰ ਅਰਦਾਸ ਕਰਕੇ ਜਪਣਾ ਸ਼ੁਰੂ ਕਰ ਲਓ। ਜਿੰਨੇ ਜੀ ਜਪ ਸਕਦੇ ਹੋ ਜਪਣਾ ਸ਼ੁਰੂ ਕਰ ਲਓ। ਫਿਰ 6 ਮਹੀਨੇ ਬਾਅਦ ਦੇਖਣਾ ਇਤਨਾ ਕੁਝ ਬਦਲ ਜਾਏਗਾ, ਇਤਨੀ ਮਹਾਨਤਾ ਬਣ ਜਾਏਗੀ, ਇਤਨੀਆਂ ਬਰਕਤਾਂ ਬਣ ਜਾਣਗੀਆਂ। ਤੁਸੀਂ ਆਪ ਕਹਿ ਦੇਵੋਗੇ ਹੁਣ ਸਰੀਰ ਛੱਡ ਸਕਦੇ ਹਾਂ, ਪਰ ਹੁਣ ਜਪਣਾ ਨਹੀਂ ਛੱਡ ਸਕਦੇ, ਹੁਣ ਅੰਮ੍ਰਿਤ ਵੇਲਾ ਨਹੀਂ ਛੱਡ ਸਕਦੇ। ਮਹਾਰਾਜ ਜੀ ਦੀ ਜਦ ਮਿਹਰ ਬਣਦੀ ਹੈ ਤੇ ਫਿਰ ਜਪਦਿਆਂ ਜਪਦਿਆਂ ਮਨੁੱਖ ਦੇ ਹਿਰਦੇ 'ਚ ਰਸ ਬਣਦਾ ਹੈ ਔਰ ਦੁਨੀਆ ਦੇ ਤਮਾਮ ਪਦਾਰਥ ਹਥੇਲੀ ਤੇ ਆ ਜਾਂਦੇ ਨੇ, ਭਾਵ ਉਸ ਨੂੰ ਪ੍ਰਾਪਤ ਹੁੰਦੇ ਹਨ। ਕਹਿ ਕਹਾ ਲਗ ਇਹ ਮਹਾਤਮ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇਤਰ ਬੰਦ ਕਰਕੇ ਆਖਣ ਲੱਗੇ, ਨਾਲੇ ਮੁਸਕਰਾਹਟ ਚਿਹਰੇ ਤੇ ਆ ਗਈ ਤੇ ਆਖਣ ਲੱਗੇ, ਭਾਈ ਗੁਰਦਿੱਤਾ ਜੀ, ਨਾਲ ਆਏ ਹੋਏ ਸਿੱਖਾਂ ਨੂੰ ਮੁਖਾਤਬ ਹੁੰਦਿਆਂ
ਆਖਣ ਲੱਗੇ ਕਿੱਥੋਂ ਤੱਕ ਬਿਆਨ ਕਰੀਏ ਇਸ ਦੀ ਮਹਿਮਾ, ਕਿੱਥੋਂ ਤੱਕ ਵਡਿਆਈ ਬਿਆਨ ਕਰੀਏ। ਹਾਂਜੀ, ਸਿਮਰਤਿ ਪ੍ਰਾਪਤ ਗਿਆਨ ਸੋ ਆਤਮ। ਨਾਲੇ ਪਦਾਰਥ ਹੀ ਨਹੀਂ ਮਿਲਦੇ, ਮਾਣ ਸਨਮਾਨ ਹੀ ਨਹੀਂ ਮਿਲਦਾ, ਆਤਮ ਗਿਆਨ ਬ੍ਰਹਮ ਗਿਆਨ ਵੀ ਇਸ ਮਹਾਮੰਤਰ ਦੇ ਜਾਪ ਨਾਲ ਮਿਲ ਜਾਂਦਾ। ਇੱਥੇ ਹੀ ਹੋਏ ਬਾਬਾ ਰਾਮ ਸਿੰਘ ਝਾੜੂ ਵਾਲੇ, ਤੁਸੀਂ ਸਾਰੇ ਜਾਣਦੇ ਹੋ, ਨਾਲੇ ਸੇਵਾ ਕਰਦੇ ਨਾਲੇ ਜਾਪ ਕਰਦੇ, ਤੇ ਫਿਰ ਦੱਸ ਕੇ ਸਭ ਨੂੰ ਉਹਨਾਂ ਨੇ ਗੰਗਾ ਜਾ ਕੇ ਸਰੀਰ ਤਿਆਗ ਦਿੱਤਾ। ਇੱਧਰ ਗੰਜ ਟੁੰਡਵਾੜਾ ਹੈ, ਬਰੇਲੀ ਤੇ ਅਲੀਗੜ੍ਹ ਦੇ ਵਿਚਕਾਰ ਪੈਂਦਾ। ਉੱਥੋਂ ਦੇ ਗੁਰਮੁਖ ਪਿਆਰੇ ਜਪਦਿਆਂ ਜਪਦਿਆਂ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਸਰੀਰ ਤਿਆਗ ਦੇਣਾ, ਤੇ ਫਿਰ ਬ੍ਰਹਮ ਅਗਨੀ ਨਾਭੀ ਚੋਂ ਪ੍ਰਗਟ ਹੋਈ। ਇਹ 1977 ਦਾ ਜ਼ਿਕਰ ਹੈ, 4 ਨਵੰਬਰ ਦਾ ਦਿਨ ਸੀ। ਇਹ ਨਾਭੀ ਵਿੱਚੋਂ ਅਗਨੀ ਪ੍ਰਗਟ ਹੋਈ ਤੇ ਉਸ ਅਗਨੀ ਨਾਲ ਉਹਨਾਂ ਦੇ ਸਾਰੇ ਸਰੀਰ ਦਾ ਸੰਸਕਾਰ ਹੋਇਆ। ਇਹ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਨ ਲਈ ਇਹ ਮਹਾਮੰਤਰ ਹੈ, ਔਰ ਇਸ ਮਹਾਮੰਤਰ ਦਾ ਨਾਮ ਵਾਹਿਗੁਰੂ ਮੰਤਰ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੇ ਰੋਮ ਰੋਮ ਚੋਂ ਵਾਹਿਗੁਰੂ ਮੰਤਰ ਦੀ ਆਵਾਜ਼ ਸੁਣਾਈ ਪੈਂਦੀ ਸੀ। ਉਹ ਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਉਹਨਾਂ ਦਾ ਕੰਠ ਅੰਮ੍ਰਿਤ ਰਸ ਨਾਲ ਭਰ ਜਾਂਦਾ ਸੀ, ਤੇ ਘੁੱਟ ਭਰ ਕੇ ਫੇਰ ਅਗਲੀ ਗੱਲ ਕਰਦੇ ਸੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਇਹ ਸਾਰੇ ਮਹਾਂਪੁਰਖਾਂ ਨੂੰ ਦੇਖੋ। ਸੰਤ ਗਿਆਨੀ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਮਹਾਂਪੁਰਖ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਇਹਨਾਂ ਨੂੰ ਦੇਖੀਏ, ਇਹਨਾਂ ਦੇ ਰੋਮ ਰੋਮ ਵਿੱਚ ਵਾਹਿਗੁਰੂ ਮੰਤਰ ਦਾ ਜਾਪ ਚੱਲਦਾ ਰਹਿੰਦਾ। ਇਹ ਹਰ ਇੱਕ ਨੂੰ ਕਰਨਾ ਚਾਹੀਦਾ। ਕੋਈ ਇਹ ਨਾ ਸੋਚੇ ਬਈ ਮੈਂ ਬੜਾ ਵੱਡਾ ਮਿਨਿਸਟਰ ਹਾਂ ਤੇ ਮੈਨੂੰ ਲੋੜ ਨਹੀਂ, ਮੈਨੂੰ ਜਪਣ ਦੀ ਲੋੜ ਨਹੀਂ ਹੈ। ਮੈਂ ਤੇ ਕਈ ਐਸੇ ਗੁਰਸਿੱਖ ਮੰਤਰੀਆਂ ਦੇ ਘਰਾਂ 'ਚ ਗਿਆ, ਉਹਨਾਂ ਦੇ ਘਰ ਵਿੱਚ ਲਗਾਤਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਖੰਡ ਪਾਠ ਚੱਲਦੇ ਰਹਿੰਦੇ। ਪਾਠੀ ਸਿੰਘਾਂ ਦੀ ਡਿਊਟੀ ਬਦਲਦੀ ਰਹਿੰਦੀ ਹੈ। ਆਪ ਉਹ ਬਸਤਰ ਧੋ ਕੇ, ਆਪ ਪ੍ਰਸ਼ਾਦਾ ਬਣਾ ਕੇ ਉਹਨਾਂ ਦੀ ਸੇਵਾ ਕਰਦੇ। ਤੇ ਮੇਰਾ ਸਿਰ ਝੁਕਦਾ ਬਈ ਇਹ ਬਰਕਤਾਂ, ਇਹ ਮਾਣ ਸਨਮਾਨ, ਇਹ ਵਡਿਆਈਆਂ ਹੋਰ ਕੋਈ ਕਾਰਨ ਨਹੀਂ ਹੈ। ਇਹ ਕਾਰਨ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਹੈ, ਮਹਾਮੰਤਰ ਗੁਰਮੰਤਰ ਦਾ ਜਾਪ ਹੈ, ਜਿਸ ਨਾਲ ਸਾਰੀਆਂ ਬਰਕਤਾਂ ਝੋਲੀ 'ਚ ਪੈ ਜਾਂਦੀਆਂ, ਵਡਿਆਈਆਂ ਝੋਲੀ 'ਚ ਪੈ ਜਾਂਦੀਆਂ ਨੇ, ਤੇ ਸੰਸਾਰ ਉਹਨਾਂ ਨੂੰ ਸਜਦੇ ਕਰਦਾ ਹੈ। ਇਹ ਸਜਦੇ ਹੋਰ ਕਿਸੇ ਗੱਲ ਕਰਕੇ ਨਹੀਂ ਹੁੰਦੇ, ਇਹ ਸਜਦੇ ਨਾਮ ਕਰਕੇ ਹੁੰਦੇ, ਨਾਮ ਦੀ ਵਡਿਆਈ ਕਰਕੇ ਹੁੰਦੇ। ਤੇ ਉਹ ਮਹਾਮੰਤਰ ਗੁਰਮੰਤਰ ਵਾਹਿਗੁਰੂ ਮੰਤਰ, ਮਹਾਰਾਜ ਕਹਿਣ ਲੱਗੇ ਕਿੱਥੋਂ ਤੱਕ ਇਸ ਸਿਮਰਨ ਦੀ ਮਹਿਮਾ ਬਿਆਨ ਕਰੀਏ। ਸੁਨ ਮਹਿਮਾ ਸਿੱਖ ਸਿਮਰਨ ਲਾਗੇ। ਸਾਰੇ ਸਿੱਖ ਮਹਾਰਾਜ ਜੀ ਦੇ ਮਹਾਮੰਤਰ ਦਾ ਸਿਮਰਨ ਕਰਨ ਲੱਗ ਪਏ। ਇਹ ਹੀ ਵੱਡੀ ਦਾਤ ਹੈ ਸਾਧ ਸੰਗਤ। ਜਿਨ੍ਹਾਂ ਨੇ ਅੱਜ ਸੁਣਿਆ ਹੈ, ਜੇ ਅੱਜ ਸਰਵਣ ਕਰਕੇ ਜਪਣ ਲੱਗ ਪੈਣਗੇ ਤਾਂ ਇਹ ਸਾਰੀਆਂ ਖੇਡਾਂ ਵਰਤ ਜਾਣਗੇ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇਹ ਬਰਕਤ ਬਣ ਜਾਏਗੀ। ਹਾਂਜੀ, ਸਤਿਗੁਰ ਮਿਲੇ ਭਾਗ ਜਿਨ ਜਾਗੇ। ਔਰ ਇਸ ਤਰ੍ਹਾਂ ਗੁਰੂ ਨੂੰ ਮਿਲ ਕੇ ਉਹਨਾਂ ਗੁਰਸਿੱਖਾਂ ਦੇ ਭਾਗ ਜਾਗ ਪਏ ਹਨ। ਧੋਣ ਮੁਰਾਰੀ ਰਹਿ ਰਵਤਾਸ। ਭਾਈ ਮੁਰਾਰੀ ਧਵਨ ਇਹ ਰੋਹਤਾਸ ਨਗਰ ਦਾ ਰਹਿਣ ਵਾਲਾ ਸਿੱਖ ਹੈ। ਆਇਓ ਸ੍ਰੀ ਅਰਜਨ ਕੇ ਪਾਸ। ਇਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਪਹੁੰਚਿਆ ਹੈ। ਕਰਤੇ ਸਮੋ ਨਮੋ ਟਿਕ ਬੈਸਾ। ਇਹ ਵੀ ਮਹਾਰਾਜ ਜੀ ਦੇ ਸਾਹਮਣੇ ਨਮਸਕਾਰ ਕਰਕੇ, ਬੰਦਨਾ ਕਰਕੇ ਸਾਹਮਣੇ ਬੈਠਾ ਹੈ। ਹੱਥ ਜੋੜ ਬੁਝਿਓ ਕਹਿ ਐਸਾ। ਹੱਥ ਜੋੜ ਕੇ ਬੜੀ ਅਧੀਨਗੀ ਨਾਲ, ਨਿਰਮਾਣਤਾ ਨਾਲ, ਪ੍ਰੇਮ ਨਾਲ ਇਸ ਨੇ ਮਹਾਰਾਜ ਜੀ ਦੇ ਚਰਨ ਕਮਲਾਂ 'ਚ ਸਵਾਲ ਰੱਖਿਆ।
ਮਹਾਰਾਜ ਜੀਆਂ ਨੂੰ ਕੁਝ ਪੁੱਛਿਆ ਹੈ। ਆਪ ਜੋ ਬਾਣੀ ਕੀਨ ਉਚਾਰਨ। ਸੱਚੇ ਪਾਤਸ਼ਾਹ ਜਿਹੜੀ ਬਾਣੀ ਆਪ ਨੇ 5 ਜਾਮਿਆਂ ਤੱਕ ਉਚਾਰਨ ਕੀਤੀ ਹੈ, ਪਠਾ ਸੁਣੈ ਹਮ ਕਰਹਿ ਵਿਚਾਰਨ। ਅਸੀਂ ਉਸ ਬਾਣੀ ਨੂੰ ਪੜ੍ਹਦੇ ਹਾਂ, ਸੁਣਦੇ ਹਾਂ ਤੇ ਵਿਚਾਰ ਕਰਦੇ ਹਾਂ, ਕਥਾ ਅਦਕ ਕਰਦੇ ਹਾਂ। ਤਉ ਨਾ ਦੁਰਮਤ ਮਨ ਤੇ ਹਾਨੀ। ਪਰ ਮਹਾਰਾਜ ਸੱਚੇ ਪਾਤਸ਼ਾਹ ਇੱਕ ਬੇਨਤੀ ਹੈ, ਬਾਣੀ ਪੜ੍ਹਦੇ ਹਾਂ, ਵਿਚਾਰਦੇ ਹਾਂ, ਗਾਉਂਦੇ ਹਾਂ, ਪਰ ਦੁਰਮਤ ਫਿਰ ਵੀ ਬਣੀ ਹੋਈ। ਤੁਹਾਨੂੰ ਬੜੇ ਬੜੇ ਦੁਰਮਤੀਏ ਪ੍ਰਚਾਰਕ ਮਿਲ ਜਾਣਗੇ ਜਿਹੜੇ ਦਸਮ ਪਾਤਸ਼ਾਹ ਦੀ ਬਾਣੀ ਦੀ ਨਿੰਦਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਨਿੰਦਾ ਕਰਦੇ ਨੇ, ਤੇ ਇੱਕ ਤਰ੍ਹਾਂ ਨਾਲ ਮਿਸ਼ਨ ਹੈ ਉਹਨਾਂ ਦਾ ਕਿ ਖਾਲਸਾ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ ਹੈ। ਪਰ ਮੈਂ ਉਹਨਾਂ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤਖਤ ਤੋਂ ਇਹ ਅਲਰਟ ਕਰਨਾ ਚਾਹੁੰਦਾ ਹਾਂ, ਤੁਹਾਡੇ ਵਰਗੇ ਬੜੇ ਆਏ ਨੇ, ਸਾਰੇ ਨੇਸ ਤੋਂ ਨਾਬੂਦ ਹੋ ਗਏ ਨੇ। ਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਕਦੀ ਮਿਟਣਾ ਹੈ ਤੇ ਨਾ ਸੰਸਾਰ ਤੋਂ ਖਾਲਸਾ ਪੰਥ ਨੇ ਕਦੀ ਮਿਟਣਾ ਹੈ। ਇਹ ਉਹਨਾਂ ਦੀ ਮੂਰਖਤਾ ਹੈ, ਅਗਿਆਨਤਾ ਹੈ, ਜੋ ਤੋੜਨ ਦੀਆਂ ਗੱਲਾਂ ਕਰਦੇ ਪਏ ਹਨ। ਇਸ ਨੇ ਪੁੱਛਿਆ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਹੋਵੇ, ਬਖਸ਼ਿਸ਼ ਹੋਵੇ, ਦੱਸਣਾ ਕਰੋ ਕਿ ਸਾਡਾ ਮਨ ਕਿਵੇਂ ਜੁੜੇ, ਸਾਨੂੰ ਸਮਝ ਕਿਵੇਂ ਆਵੇ। ਇਹ ਸਵਾਲ ਮਹਾਰਾਜ ਜੀ ਤੇ ਕੀਤੇ ਨੇ, ਪਰ ਹੁਣ ਵਕਤ ਦਾ ਤਕਾਜ਼ਾ ਹੈ। ਇਹਨਾਂ ਦੇ ਜੋ ਬੜੇ ਖੂਬਸੂਰਤ, ਇੰਤਹਾਈ ਖੂਬਸੂਰਤ ਜਵਾਬ ਭਾਈ ਸਾਹਿਬ ਜੀ ਨੇ ਲਿਖੇ ਨੇ, ਉਹ ਗੁਰੂ ਮਿਹਰ ਸਦਕਾ ਕੱਲ੍ਹ ਆਪ ਜੀ ਦੇ ਨਜ਼ਰ ਕਰਨ ਦਾ ਯਤਨ ਕਰਾਂਗੇ। ਹੁਣ ਸਾਰੇ ਅਰਦਾਸ ਰੂਪ ਵਿੱਚ ਆਪਾਂ ਜਾਪ ਰੋਜ਼ ਕਰਦੇ ਹਾਂ, ਉਹਨਾਂ ਵਾਸਤੇ ਜੋ ਕਰੋਨਾ ਬਿਮਾਰੀ ਤੋਂ ਪੀੜਤ ਹਨ, ਮਹਾਰਾਜ ਇਸ ਬਿਮਾਰੀ ਦਾ ਸੰਸਾਰ ਤੋਂ ਖਾਤਮਾ ਕਰੇ। ਨਾਲੇ ਹੀ ਬੇਨਤੀ ਕਰਦੇ ਹਾਂ ਵੀ ਤਖਤ ਸਾਹਿਬ ਵੱਲੋਂ ਲੋੜਵੰਦਾਂ ਦੀ ਸੇਵਾ ਹਿੱਤ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ। ਜਿਹੜੀਆਂ ਸੰਗਤਾਂ ਆਪਣਾ ਦਸਵੰਧ ਭੇਜਣਾ ਚਾਹੁੰਦੀਆਂ ਹਨ, ਉਹ ਥੱਲੇ ਸਕਰੀਨ ਤੇ ਚੱਲ ਰਹੇ ਨੇ ਅਕਾਊਂਟ ਨੰਬਰ ਸਾਰੇ। ਦਾਸ ਦਾ ਫੋਨ ਵੀ ਆਪ ਉੱਥੋਂ ਲੈ ਸਕਦੇ ਹੋ। ਉੱਥੇ ਰਸੀਦ ਜਿਹੜੀ ਹੈ ਉਹ WhatsApp ਕਰ ਦਿਆ ਕਰੋ, ਨਾਲ ਤਾਰੀਖ ਕਿਹੜੀ ਨੂੰ ਡਿਪੋਜ਼ਿਟ ਕਰਾਇਆ, ਤੇ ਨਾਲ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਵੀ ਕਿਹੜੇ ਬੈਂਕ ਵਿੱਚ ਪਾਇਆ, ਨਹੀਂ ਤਾਂ ਫਿਰ ਸਾਨੂੰ ਉਹ ਹਿਸਾਬ ਵਿੱਚ ਲਿਆਉਣ ਲਈ ਥੋੜ੍ਹਾ ਜਿਹਾ ਔਖ ਹੋ ਜਾਂਦਾ ਅਤੇ ਲੰਮਾ ਪ੍ਰੋਸੀਜਰ ਕਰਨਾ ਪੈਂਦਾ। ਇਸ ਲਈ ਜਿਹੜਾ ਅਕਾਊਂਟ ਦਫ਼ਤਰ ਹੈਗਾ ਤਖਤ ਸਾਹਿਬ ਜੀ ਦਾ, ਜਿਹੜੇ ਅਕਾਊਂਟ ਨਾਲ ਸੰਬੰਧ ਰੱਖਦੇ ਨੇ ਕੈਸ਼ੀਅਰ ਆਦਿਕ, ਉਹਨਾਂ ਨੇ ਮੈਨੂੰ ਇਹ ਇੰਸਟਰਕਸ਼ਨ ਦਿੱਤੀ ਹੈ ਵੀ ਜਿਹੜੇ ਸੰਗਤ ਮਾਇਆ ਭੇਜ ਰਹੀ ਹੈ ਔਨਲਾਈਨ, ਉਹ ਤਾਰੀਖ ਨਾਲ ਅਤੇ ਕਿਹੜੇ ਬੈਂਕ 'ਚ ਪਾਇਆ ਉਹ ਜ਼ਰੂਰ ਨਾਲ WhatsApp ਕਰ ਦਿਆ ਕਰਨ, ਤਾਂ ਕਿ ਸਾਨੂੰ ਉਹ ਸੰਭਾਲਣਾ ਅਤੇ ਉਸ ਪ੍ਰੋਪਰ ਸੇਵਾ ਵਾਸਤੇ ਪਹੁੰਚਾਉਣਾ ਸੌਖਾ ਹੋ ਜਾਏ। ਕਿਉਂਕਿ ਜਿਹੜੀ ਸੇਵਾ ਲਈ ਤੁਸੀਂ ਮਾਇਆ ਭੇਜਦੇ ਹੋ, ਤੁਹਾਡੀ ਉਸੇ ਹੀ ਸੇਵਾ ਵਿੱਚ ਲੱਗ ਜਾਣੀ ਚਾਹੀਦੀ। ਬਹੁਤ ਵੱਡਾ ਉਪਰਾਲਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸਾਰੇ ਪ੍ਰਬੰਧਕਾਂ ਵੱਲੋਂ ਮਿਲ ਕੇ, ਦਾਸ ਵੱਲੋਂ ਮਿਲ ਕੇ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਗ੍ਰੰਥੀ ਸਾਹਿਬਾਨ ਹਨ, ਪ੍ਰਚਾਰਕ ਸਾਹਿਬਾਨ ਹਨ, ਜਿਹੜੇ ਆਪਣੀ ਦਸਵੰਧ ਤਨਖਾਹ ਜੋ ਮਿਲਦੀ ਉਸ 'ਚੋਂ ਦਸਵੰਧ ਤਖਤ ਸਾਹਿਬ ਭੇਟਾ ਕਰ ਰਹੇ, ਅਤੇ ਕਾਰਨ ਇਹ ਹੀ ਹੈ ਕਿ ਲੋੜਵੰਦਾਂ ਤੱਕ ਪਹੁੰਚ ਜਾਏ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਵੱਧ ਤੋਂ ਵੱਧ ਆਪਣਾ ਹਿੱਸਾ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਜੋ ਅਤੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਕਣਕ ਦੀ ਸੇਵਾ ਲਈ ਵੀ ਤਖਤ ਸਾਹਿਬ ਵਿਖੇ ਲੰਗਰ ਚੱਲਦੇ ਹਨ। ਆਪ ਸਾਰਿਆਂ ਨੂੰ ਗੁਜ਼ਾਰਿਸ਼ ਹੈ ਵੀ ਆਪਣੇ ਕਿਸੇ ਖਾਸ ਗੁਰਦੁਆਰਾ ਸਾਹਿਬ ਕਿਸੇ ਥਾਂ ਇਕੱਠੀ ਕਰੀ ਜਾਓ, ਅਤੇ ਜਦੋਂ ਲੋਡ ਬਣ ਜਾਏ ਟਰੱਕ ਦਾ ਤਾਂ ਫੋਨ ਕਰ ਦੇਵੋ, ਅਤੇ ਫਿਰ ਇੱਥੋਂ ਤਖਤ ਪਟਨਾ ਸਾਹਿਬ ਤੋਂ ਸੇਵਾਦਾਰ ਜਾ ਕੇ ਉਹ ਤੁਹਾਡੀ ਕਣਕ ਲੰਗਰਾਂ ਵਾਸਤੇ ਲੈ ਆਉਣਗੇ। ਆਪ ਰਸੀਦਾਂ ਪ੍ਰਾਪਤ ਕਰ ਸਕਦੇ ਹੋ। ਆਓ ਸਾਰੇ ਮਿਲ ਕੇ 2 ਮਿੰਟ ਜਾਪ ਕਰੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।